Hello, my dear students. Welcome to Vidya English classes. I hope ਤੁਸੀਂ ਸਾਰੇ ਜਣੇ ਘਰ ਬੈਠੇ ਪੜ੍ਹ ਰਹੇ ਹੋਗੇ ਔਰ ਘਰ ਬੈਠ ਕੇ ਇਹ ਵੀਡੀਓਜ਼ ਵੇਖ ਰਹੇ ਹੋਗੇ ਤੇ ਤੁਹਾਨੂੰ ਸਮਝ ਵੀ ਆ ਰਹੀਆਂ ਨੇ ਕਿਉਂਕਿ ਤੁਸੀਂ ਹੁਣ ਆਪਣੇ ਜੋ ਡਾਊਟਸ ਨੇਗੇ ਉਹ ਕਲੀਅਰ ਕਰਨ ਲੱਗ ਗਏ ਹੋਗੇ ਪ੍ਰੋਬਲਮਸ ਆਪਣੀਆਂ ਸ਼ੇਅਰ ਕਰਨ ਲੱਗ ਗਏ ਹੋਗੇ ਜੋ ਇਹ ਵੀਡੀਓ ਦੀ ਮੈਂ ਸ਼ੁਰੂਆਤ ਕਰ ਰਿਹਾ ਹਾਂ ਉਸ ਐਕਸਰਸਾਈਜ਼ ਜਾਂ ਗ੍ਰਾਮਰ ਦੇ ਉਹਨਾਂ ਰੂਲਸ ਨਾਲ ਕਰ ਰਿਹਾ ਜਿੰਨਾ ਵੀ ਤੁਹਾਨੂੰ ਪ੍ਰੋਬਲਮਸ ਆਈਆਂ ਸੀਗੀਆਂ ਕੁਝ ਕੁ ਸਟੂਡੈਂਟਸ ਦੇ ਮੈਸੇਜ ਆਏ ਸੀਗੇ ਕਿ ਸਾਨੂੰ ਪ੍ਰੈਪੋਜੀਸ਼ਨਸ ਸਮਝਾਓ ਵੀ ਪ੍ਰੈਪੋਜੀਸ਼ਨਸ ਇਨ ਰਿਲੇਟਿਵ ਕਲੌਜ਼ਸ ਯੂਜ਼ ਕਿਵੇਂ ਹੁੰਦੀਆਂ ਨੇਗੀਆਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਸਮਝਾਉਣ ਦੇ ਲਈ ਜੋ ਮੈਂ ਬੁੱਕ ਪ੍ਰੈਫਰ ਕਰ ਰਿਹਾ ਹੈਗਾ ਉਹ ਆਕਸਫੋਰਡ ਪ੍ਰੈਕਟਿਸ ਗ੍ਰਾਮਰ ਜੌਨ ਈਸਟਵੁੱਡ ਦੁਆਰਾ ਲਿਖੀ ਗਈ ਗ੍ਰਾਮਰ ਹੈ ਤੇ ਹੁਣ ਆਪਾਂ ਪੜ੍ਹਦੇ ਹਾਂ ਕਿ ਪ੍ਰੈਪੋਜੀਸ਼ਨਸ ਰਿਲੇਟਿਵ ਕਲੌਜ਼ਸ ਦੇ ਵਿੱਚ ਯੂਜ਼ ਕਿਵੇਂ ਹੁੰਦੀਆਂ ਨੇਗੀਆਂ ਇਹ ਕਰਨ ਦੇ ਲਈ ਪਹਿਲਾਂ ਸਾਨੂੰ ਯਾਦ ਕਰਨਾ ਪੈਣਾਗਾ ਰਿਲੇਟਿਵ ਪ੍ਰੋਨਾਉਂਸ ਕੀ ਹੁੰਦੇ ਨੇਗੇ ਜਿਹਦੇ ਬਾਰੇ ਮੈਂ ਆਪਣੀ ਲਾਸਟ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕਿਆ ਹੈਗਾ ਤੇ ਜਿਹਦਾ ਲਿੰਕ ਜੇ ਤੁਸੀਂ ਨਹੀਂ ਵੇਖਿਆ ਹੈਗੇ ਤਾਂ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਪਾ ਚੁੱਕਿਆ ਹੈਗਾ ਤਾਂ ਤੁਸੀਂ ਉੱਥੇ ਦੁਬਾਰਾ ਉਸ ਨੂੰ ਵੇਖ ਸਕਦੇ ਹੋਗੇ ਸੋ ਰਿਲੇਟਿਵ ਪ੍ਰੋਨਾਉਂਸ ਕੀ ਹੁੰਦੇ ਨੇਗੇ ਪਹਿਲਾਂ ਰਿਲੇਟਿਵ ਪ੍ਰੋਨਾਉਂਸ ਹੂ ਵਿਚ ਤੇ ਦੈਟ ਇਹ ਹੁੰਦੇ ਨੇਗੇ ਸੋ ਆਪਾਂ ਸਟਾਰਟ ਕਰਦੇ ਆਂਗੇ ਜਿਵੇਂ ਤੁਹਾਨੂੰ ਸਕਰੀਨ ਦੇ ਉੱਪਰ ਵਿਖ ਹੀ ਰਿਹਾ ਹੈਗਾ ਰਿਲੇਟਿਵ ਪ੍ਰੋਨਾਉਨ ਫॉर एग्जांपल that can be the object of a preposition so preposition ਦਾ object ਹੁੰਦਾ ਹੈਗਾ relative pronoun who which ਹੈ that ਅਕਸਰ ਹੀ preposition ਦਾ object ਹੁੰਦਾ ਮੈਂ ਤੁਹਾਨੂੰ ਸਮਝਾਉਣਾ ਵੀ ਮੈਂ ਕੀ ਕਹਿਣਾ ਚਾਹੁੰਦਾ ਹਾਂ ਦੇਖੋ ਜੀ ਇੱਥੇ ਜਿਵੇਂ this is the bus ਇੱਥੇ that bus ਲਿਖਿਆ ਹੋਇਆ that bus ਤੋਂ ਬਾਅਦ ਲਿਖਿਆ ਹੋਇਆ of ਸੋ ਜਿਹੜਾ that ਹੈ ਇੱਥੇ of ਦੇ ਲਈ ਯੂਜ਼ ਹੋ ਰਿਹਾ ਹੈਗਾ ਮੈਂ ਉਸ ਬੱਸ ਦੀ ਵੇਟ ਕਰ ਰਿਹਾ ਉਸ ਹੁਣ ਉਸ ਦਾ ਜਵਾਬ ਕਿਹੜਾ ਹੈਗਾ ਸੌਰੀ ਦਿਸ ਇਜ਼ ਦਾ ਬੱਸ ਇਹ ਉਹ ਬੱਸ ਹੈਗੀ ਕਿਹੜੀ ਬੱਸ ਆ ਉਹਦਾ ਜਵਾਬ ਮਿਲੂਗਾ ਜਿਹਦੇ ਲਈ ਮੈਂ ਵੇਟ ਕਰ ਰਿਹਾ ਇੰਤਜ਼ਾਰ ਕਰ ਰਿਹਾ ਸੋ ਜੇ ਅਸੀਂ ਇਹ ਸੈਂਟੈਂਸ ਨੂੰ ਆਈ ਨਹੀਂ ਲਿਖਣਾ ਸੀ ਮਤਲਬ ਕਿ ਜੇ ਕਲੌਜ਼ ਨਾਉਨ ਦੇ ਆਪਾਂ ਸਿੰਪਲ ਕੀ ਲਿਖਣਾ ਸੀ ਜਿਵੇਂ ਅੱਗੇ ਦਿੱਤਾ ਹੋਇਆ ਆਈ ਹੈਵ ਬੀਨ ਵੇਟਿੰਗ ਫॉर द ਬੱਸ ਆਈ ਹੈਵ ਬੀਨ ਵੇਟਿੰਗ ਫॉर द ਬੱਸ ਮੈਂ ਹੁਣ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਮੈਂ ਟ੍ਰਿਕ ਹੈ ਇੱਕ ਤਰ੍ਹਾਂ ਦੀ ਇਹ ਮੋਸਟਲੀ ਕੀ ਹੁੰਦਾ ਜਿਹੜੀਆਂ ਕਲੌਜ਼ਸ ਹੁੰਦੀਆਂ ਨੇ ਕਲੌਜ਼ ਦੇ ਵਿੱਚ ਪ੍ਰੈਪੋਜੀਸ਼ਨਸ ਲਾਸਟ ਵਿੱਚ ਯੂਜ਼ ਹੁੰਦੀਆਂ ਨੇ ਪ੍ਰੈਪੋਜੀਸ਼ਨਸ ਲਾਸਟ ਵਿੱਚ ਯੂਜ਼ ਹੁੰਦੀਆਂ ਨੇ ਜੇ ਤੁਹਾਨੂੰ ਪ੍ਰੈਪੋਜੀਸ਼ਨ ਦੇ ਵਿੱਚ ਵੀ ਕੋਈ ਡਾਊਟ ਹੈ ਤਾਂ ਉਹਦੀ ਵੀ ਜੋ ਐਕਸਰਸਾਈਜ਼ ਹੈ ਉਹਦੀ ਵੀ ਵੀਡੀਓ ਜੋ ਹੈ ਉਹ ਆਪਣੇ ਚੈਨਲ ਦੇ ਉੱਪਰ ਸ਼ੇਅਰ ਕੀਤੀ ਹੋਈ ਹੈਗੀ ਅਪਲੋਡ ਕੀਤੀ ਹੋਈ ਹੈ ਤੁਸੀਂ ਉਸ ਨੂੰ ਵੇਖ ਸਕਦੇ ਹੋ ਡਿਟੇਲ ਦੇ ਵਿੱਚ ਪ੍ਰੈਪੋਜੀਸ਼ਨਸ ਬਾਰੇ ਸਮਝ ਸਕਦੇ ਹੋਗੇ ਤੁਸੀਂ ਸੋ ਜਿਹੜੀ ਪ੍ਰੈਪੋਜੀਸ਼ਨਸ ਹੁੰਦੀਆਂ ਨੇਗੀਆਂ ਉਹ ਸੈਂਟੈਂਸ ਦੇ ਲਾਸਟ ਵਿੱਚ ਹੁੰਦੀਆਂ ਨੇਗੀਆਂ ਕਦੋਂ ਜਦੋਂ ਉਸ ਸੈਂਟੈਂਸ ਦੀ ਸ਼ੁਰੂਆਤ ਜਾਂ ਉਸ ਰਿਲੇਟਿਵ ਕਲੌਜ਼ ਦੇ ਅੱਗੇ ਰਿਲੇਟਿਵ ਪ੍ਰੋਨਾਉਨ ਲੱਗਿਆ ਹੋਇਆ ਹੋਵੇ ਸਮਝ ਗਏ ਮੇਰੀ ਗੱਲ ਤੇ ਦੂਸਰੀ ਗੱਲ ਹੁਣ ਜਿਵੇਂ ਲਿਖਿਆ ਰਿਲੇਟਿਵ ਪ੍ਰੋਨਾਉਨ ਜਿਹੜਾ ਹੁੰਦਾ ਹੈਗਾ ਇਸ ਤਰ੍ਹਾਂ ਦੀ ਕਲੌਜ਼ਸ ਦੇ ਵਿੱਚ ਆਬਜੈਕਟ ਦਾ ਕੰਮ ਕਰ ਰਿਹਾ ਹੁੰਦਾ ਹੈਗਾ ਆਬਜੈਕਟ ਕਿਉਂ ਕੰਮ ਕਰ ਰਿਹਾ ਹੈਗਾ ਜਿਵੇਂ ਨੈਕਸਟ ਸੈਂਟੈਂਸ ਆਪਾਂ ਕਰਦੇ ਹਾਂ ਦ ਰੈਸਟੋਰੈਂਟ that we normally go to is closed today ਹੁਣ ਜਿਹੜਾ that ਹੈ ਇਹ that ਐਕਚੁਅਲੀ ਇੱਥੇ ਆਬਜੈਕਟ ਦਾ ਕੰਮ ਕਰ ਰਿਹਾ ਹੈਗਾ ਪਹਿਲੇ ਸੈਂਟੈਂਸ ਦਾ ਦ ਰੈਸਟੋਰੈਂਟ that ਹੁਣ that ਐਕਚੁਅਲੀ ਕਿਹਦੇ ਵਾਸਤੇ ਯੂਜ਼ ਕੀਤਾ ਹੋਇਆ ਹੈਗਾ that ਕਿਹਦੇ ਲਈ ਯੂਜ਼ ਕੀਤਾ ਹੋਇਆ that ਇੱਥੇ ਯੂਜ਼ ਕੀਤਾ ਹੋਇਆ ਹੈਗਾ is closed today ਇਹਦੇ ਲਈ ਯੂਜ਼ ਕੀਤਾ ਹੋਇਆ ਹੈਗਾ ਸੋ ਵੈਸੇ ਇੱਥੇ ਜਿਹੜਾ that ਹੈ ਪ੍ਰੈਪੋਜੀਸ਼ਨ ਕਿਹਦੇ ਲਈ ਹੈ ਇਹ ਟੂ ਦੇ ਲਈ ਲੱਗਿਆ ਹੋਇਆ ਸੋ ਇਹਨੂੰ ਅਗਰ ਆਪਾਂ ਸਿੰਪਲੀ ਲਿਖਣਾ ਹੋਵੇ ਆਪਾਂ ਲਿਖ ਸਕਦੇ ਹਾਂ ਵੀ ਨਾਰਮਲੀ ਗੋ ਟੂ ਦਾ ਰੈਸਟੋਰੈਂਟ ਮਤਲਬ ਕਿ ਅਸੀਂ ਉਸ ਰੈਸਟੋਰੈਂਟ ਦੇ ਵਿੱਚ ਜਾਂਦੇ ਹਾਂਗੇ ਸੋ ਮੇਰੇ ਕਹਿਣ ਦਾ ਮਤਲਬ ਕੀ ਹੈ ਜਾਂ ਇਹ ਜੋ ਸੈਂਟੈਂਸ ਨੂੰ ਸਮਝਾਉਣਾ ਚਾਹੁੰਦਾ ਹੈਗਾ ਐਕਸਰਸਾਈਜ਼ ਨੂੰ ਸਮਝਾਉਣਾ ਚਾਹੁੰਦੀ ਹੈ ਕੀ ਹੈ ਜਦੋਂ ਅਸੀਂ ਪ੍ਰੈਪੋਜੀਸ਼ਨਸ ਯੂਜ਼ ਕਰਨੀਆਂ ਨੇ ਰਿਲੇਟਿਵ ਕਲੌਜ਼ਸ ਦੇ ਵਿੱਚ ਤਾਂ ਅਕਸਰ ਹੀ ਜਿਹੜਾ ਰਿਲੇਟਿਵ ਪ੍ਰੋਨਾਉਨ ਸੈਂਟੈਂਸ ਦੋ ਸੈਂਟੈਂਸਸ ਦੇ ਵਿਚਕਾਰ ਲੱਗਿਆ ਹੋਊਗਾ ਤਾਂ ਜਿਹੜਾ ਉਹ ਰਿਲੇਟਿਵ ਪ੍ਰੋਨਾਉਨ ਹੂ ਵਿੱਚ ਜਾਂ ਦੈਟ ਜਿਹੜਾ ਕਿ ਸੈਂਟੈਂਸ ਦੇ ਵਿਚਕਾਰ ਲੱਗਿਆ ਉਹ ਅਕਸਰ ਦੇ ਅਸਲ ਦੇ ਵਿੱਚ ਉਹ ਮੇਨ ਕਲੌਜ਼ ਪ੍ਰਾਇਮਰੀ ਕਲੌਜ਼ ਦਾ ਆਬਜੈਕਟ ਹੁੰਦਾ ਹੈਗਾ ਕਿਉਂ ਕਿਉਂਕਿ ਅਸੀਂ ਆਬਜੈਕਟ ਨੂੰ ਉੱਥੇ ਤਾਂ ਕਹਿੰਦੇ ਆ ਆਬਜੈਕਟ ਕਿਉਂਕਿ ਉਹਦੀ ਜਗ੍ਹਾ ਦੇ ਉੱਪਰ ਅਸੀਂ ਕੋਈ ਹੋਰ ਵਰਡ ਲਗਾ ਸਕਦੇ ਹਾਂ ਤੇ ਦੂਸਰੀ ਗੱਲ ਪ੍ਰੈਪੋਜੀਸ਼ਨ ਦੀ ਅਜਿਹੇ ਸੈਂਟੈਂਸ ਦੇ ਵਿੱਚ ਜਿਹਦੇ ਵਿੱਚ ਕਿ ਮੇਨ ਕਲੌਜ਼ ਦਾ ਆਬਜੈਕਟ ਕੋਈ WH ਜਾਂ ਸੌਰੀ ਰਿਲੇਟਿਵ ਪ੍ਰੋਨਾਉਨ ਬਣੇ ਹੂ ਵਿੱਚ ਜਾਂ ਦੈਟ ਬਣੇ ਤਾਂ ਉਹ ਅਗਰ ਉਹਦੇ 'ਚ ਪ੍ਰੈਪੋਜੀਸ਼ਨ ਲਾਉਣੀ ਪੈ ਜੇ ਸਾਨੂੰ ਤਾਂ ਉਹ ਯੂਜ਼ਲੀ ਨਾਟ ਐਵਰੀ ਟਾਈਮ ਬਟ ਯੂਜ਼ਲੀ ਉਹ ਲਾਸਟ ਵਿੱਚ ਲੱਗਦੀ ਹੈਗੀ ਉਹ ਜਿਵੇਂ ਸਾਨੂੰ ਹੁਣ ਸੈਂਟੈਂਸ ਦੇ ਵਿੱਚ ਵਿਖ ਰਿਹਾ ਹੈਗਾ ਇਸ ਤੋਂ ਬਾਅਦ ਆਪਾਂ ਅੱਗੇ ਵਧਦੇ ਆਂਗੇ ਹੁਣ ਲੀਵ ਆਊਟ ਦਾ ਪ੍ਰੋਨਾਉਨ ਜਦੋਂ ਨਾ ਪ੍ਰੈਪੋਜੀਸ਼ਨ ਯੂਜ਼ ਕਰਦੇ ਹੁੰਦੇ ਅਸੀਂ ਪ੍ਰੈਪੋਜੀਸ਼ਨ ਜਦੋਂ ਯੂਜ਼ ਹੁੰਦੀ ਹੈ ਕਈ ਵਾਰ ਨਾ ਅਸੀਂ ਜਿਹੜਾ ਪ੍ਰੋਨਾਉਨ ਲਗਾ ਰਹੇ ਉਹਨੂੰ ਹਟਾ ਦਿੰਦੇ ਆਂਗੇ
ਤੇ ਕਈ ਵਾਰ ਲੱਗ ਜਾਂਦਾ ਹੈਗਾ। ਜਿਵੇਂ ਦੇਖੋ ਤੁਹਾਨੂੰ ਸਕਰੀਨ ਦੇ ਉੱਪਰ ਵਿਖ ਰਿਹਾ ਕੀ ਲਿਖ ਰਿਹਾ ਹੋਇਆ ਬੀ ਦੇ ਵਿੱਚ, ਵਿਦ ਆਬਜੈਕਟ ਪ੍ਰੋਨਾਉਨ, ਤੇ ਉਹਦੇ ਸਾਹਮਣੇ ਲਿਖਾ ਹੋਇਆ ਵਿਦਆਊਟ ਆਬਜੈਕਟ ਪ੍ਰੋਨਾਉਨ। ਜਿਵੇਂ ਦ ਬੱਸ that I am waiting for is late, the bus that I am waiting for is late। ਇਹਦੇ ਸਾਹਮਣੇ ਦੇਖੋ ਕੀ ਲਿਖਾ ਹੈ, the bus I am waiting for is late। ਇਹਦੇ ਬਾਰੇ ਮੈਂ ਤੁਹਾਨੂੰ ਆਲਰੇਡੀ ਰੂਲ ਦੱਸ ਚੁੱਕਿਆ ਹਾਂ, ਤੇ ਟ੍ਰਿਕ ਮੈਂ ਤੁਹਾਨੂੰ ਦੱਸ ਦਾਂਗਾ। ਅਗਰ ਜੋ ਕਲੌਜ਼ ਹੈ ਤੁਹਾਡੀ ਰਿਲੇਟਿਵ ਕਲੌਜ਼ ਹੈ, ਰਿਲੇਟਿਵ ਕਲੌਜ਼ ਦੀ ਸ਼ੁਰੂਆਤ ਜੇ ਕਿਸੇ ਨਾਊਨ ਜਾਂ ਪ੍ਰੋਨਾਉਨ ਦੇ ਨਾਲ ਹੁੰਦੀ ਹੈ, ਰਿਲੇਟਿਵ ਕਲੌਜ਼ ਦੀ ਸ਼ੁਰੂਆਤ ਜੇ ਨਾਊਨ ਜਾਂ ਪ੍ਰੋਨਾਉਨ ਦੇ ਨਾਲ ਹੁੰਦੀ ਹੈ ਤਾਂ ਤੁਸੀਂ ਉੱਥੇ ਜੋ ਰਿਲੇਟਿਵ ਪ੍ਰੋਨਾਉਨ ਹੈ ਉਹ ਛੱਡ ਸਕਦੇ ਹੋ। ਸਮਝ ਗਏ ਮੇਰੀ ਗੱਲ? ਜੇ ਰਿਲੇਟਿਵ ਜਿਵੇਂ ਆ ਦੇਖੋ, ਜਿਵੇਂ ਵਿਦਆਊਟ ਆਬਜੈਕਟ ਪ੍ਰੋਨਾਉਨ ਸੀਗਾ, ਵੈਸੇ ਤਾਂ ਦੋਨੋਂ ਤਰ੍ਹਾਂ ਦੇ ਸੈਂਟੈਂਸ ਦੇ ਵਿੱਚ ਚਾਹੇ ਉਹ ਆਬਜੈਕਟ ਪ੍ਰੋਨਾਉਨ ਹੈ ਜਾਂ ਵਿਦਆਊਟ ਆਬਜੈਕਟ ਪ੍ਰੋਨਾਉਨ ਹੈਗਾ, ਜਦੋਂ ਨਾ ਕਿਸੇ ਵੀ ਰਿਲੇਟਿਵ ਕਲੌਜ਼ ਦੀ ਸ਼ੁਰੂਆਤ ਨਾਊਨ ਜਾਂ ਪ੍ਰੋਨਾਉਨ ਦੇ ਨਾਲ ਹੋਈ ਹੋਵੇ ਤਾਂ ਅਸੀਂ ਉੱਥੇ ਜੇ ਚਾਹੀਏ ਤਾਂ ਰਿਲੇਟਿਵ ਪ੍ਰੋਨਾਉਨ ਛੱਡ ਸਕਦੇ ਹਾਂਗੇ। ਪਰ ਜੇ ਰਿਲੇਟਿਵ ਕਲੌਜ਼ ਦੀ ਸ਼ੁਰੂਆਤ ਵਰਬ ਦੀ ਫਾਰਮ ਦੇ ਨਾਲ ਜਾਂ ਫਿਰ ਹੈਲਪਿੰਗ ਵਰਬ ਜਾਂ ਫਿਰ ਮਾਡਲ ਦੇ ਨਾਲ ਹੋਈ ਹੋਵੇ, ਫਿਰ ਸਾਨੂੰ ਉੱਥੇ ਰਿਲੇਟਿਵ ਪ੍ਰੋਨਾਉਨ ਲਾਉਣਾ ਹੀ ਪੈਣਾ ਗਾ। ਸਮਝ ਗਏ ਮੇਰੀ ਗੱਲ? ਇਹਦੇ ਨਾਲ ਰਿਲੇਟਡ ਜੋ ਐਕਸਰਸਾਈਜ਼ਸ ਹੈਗੀਆਂ ਨੇਗੀਆਂ ਤੁਹਾਨੂੰ ਅੱਗੇ ਦਿੱਤੀਆਂ ਹੋਈਆਂ ਨੇਗੀਆਂ, ਇਹਦੇ ਬਾਰੇ ਮੈਂ ਆਲਰੇਡੀ ਤੁਹਾਡੇ ਨਾਲ ਗੱਲ ਕਰ ਚੁੱਕਿਆ ਹੈਗਾ। ਹੁਣ ਇੱਕ ਚੀਜ਼ ਹੋਰ ਆ ਕਾਫੀ ਇੰਪੋਰਟੈਂਟ ਹੈ, ਜਿਹੜੀ ਦੇਖੋ ਸੀ ਵਿੱਚ ਵਿਖ ਰਿਹਾ ਤੁਹਾਨੂੰ ਕੀ ਹੈ, ਆ ਪ੍ਰੈਪੋਜੀਸ਼ਨ ਐਟ ਦਾ ਬਿਗਨਿੰਗ। ਹੁਣ ਦੇਖੋ ਉੱਪਰ ਆਪਾਂ ਫਸਟ ਵਿੱਚ ਕਰਕੇ ਆਏ ਸੀ ਇਹਦੇ ਵਿੱਚ ਕਿ ਪ੍ਰੈਪੋਜੀਸ਼ਨ ਯੂਜ਼ਲੀ, ਤਾਂ ਮੈਂ ਕਿਹਾ ਸੀ ਨਾਟ ਐਵਰੀ ਟਾਈਮ ਬਟ ਯੂਜ਼ਲੀ, ਅਕਸਰ, ਵੈਰੀ ਆਫਨ, ਕਿ ਉਹ ਲਾਸਟ ਵਿੱਚ ਯੂਜ਼ ਹੁੰਦੀ ਹੈ ਪ੍ਰੈਪੋਜੀਸ਼ਨ। ਪਰ ਕਈ ਵਾਰ ਪ੍ਰੈਪੋਜੀਸ਼ਨ ਸਟਾਰਟਿੰਗ ਦੇ ਵਿੱਚ ਵੀ ਹੋ ਜਾਂਦੇ। ਜਿਵੇਂ ਦੇਖੋ was that the restaurant to which we normally go, to which। ਹੁਣ ਵੈਸੇ ਆਪਾਂ ਗੱਲ ਕਰੀਏ ਇੱਥੇ ਲੱਗਣਾ ਸੀਗਾ was at the restaurant which you normally go to, ਪਿੱਛੇ ਲੱਗਣਾ ਸੀ ਟੂ, ਪਰ ਇਹ ਮੂਰੇ ਲੱਗ ਗਿਆ। ਦੇਖੋ ਕੁਛ ਨਹੀਂ ਫਰਕ ਪਿਆ ਹੈਗਾ ਸਰ। ਫਰਕ ਕੀ ਪਿਆ ਹੈਗਾ, ਜਿਹੜੀ ਪ੍ਰੈਪੋਜੀਸ਼ਨ ਪਿੱਛੇ ਲੱਗੀ ਸੀਗੀ ਹੁਣ ਉਹ ਕਿੱਥੇ ਲੱਗ ਗਈ, ਜਿਹੜਾ ਆਬਜੈਕਟ ਸੀਗਾ ਮੇਨ ਕਲੌਜ਼ ਦਾ, ਹੂ ਵਿੱਚ ਜਾਂ ਦੈਟ, ਉਹਦੇ ਮੂਰੇ ਲੱਗ ਗਿਆ। ਜਿਵੇਂ ਦੇਖੋ ਟੂ ਵਿੱਚ ਲੱਗ ਗਿਆ ਇੱਥੇ। ਸੋ ਇਹ ਨਾ ਇਹਦੇ ਉੱਪਰ ਵੀ ਲਿਖਿਆ ਦੀਜ਼ ਐਗਜ਼ਾਮਪਲਸ ਆਰ ਟਿਪੀਕਲ ਆਫ ਫਾਰਮਲ ਇੰਗਲਿਸ਼। ਇਹ ਫਾਰਮਲ ਇੰਗਲਿਸ਼ ਦਾ ਟਿਪੀਕਲ ਐਗਜ਼ਾਮਪਲ ਨੇਗੀਆਂ, ਮਤਲਬ ਅਸੀਂ ਯੂਜ਼ ਨਹੀਂ ਕਰਦੇ ਇਹਨਾਂ ਨੂੰ। ਯੂਜ਼ ਜ਼ਿਆਦਾਤਰ ਜਿਹੜੀਆਂ ਸਟੈਂਡਰਡ ਇੰਗਲਿਸ਼ ਹੈਗੀ ਉਹਦੇ ਵਿੱਚ ਪ੍ਰੈਪੋਜੀਸ਼ਨ ਲਾਸਟ ਵਿੱਚ ਹੀ ਹੁੰਦੀ ਹੈਗੀ, ਰਿਲੇਟਿਵ ਪ੍ਰੋਨਾਉਨ ਜਿਹੜਾ ਹੁੰਦਾ ਹੈਗਾ ਉਹ ਸਟਾਰਟਿੰਗ ਦੇ ਵਿੱਚ ਹੁੰਦਾ ਹੈਗਾ, ਮੇਨ ਕਲੌਜ਼ ਦਾ ਉਹ ਆਬਜੈਕਟ ਹੁੰਦਾ। ਬਟ ਹਾਂ ਕਦੇ ਕਦੇ ਅਸੀਂ ਇਹਨਾਂ ਨੂੰ ਯੂਜ਼ ਕਰ ਲੈਣੇ, ਬਟ ਇਹ ਰੂਟੀਨ ਦੇ ਵਿੱਚ ਯੂਜ਼ ਨਹੀਂ ਹੁੰਦੇਗੇ। ਓਕੇ, ਸੋ we cannot put a preposition before that or who। ਔਰ ਹਾਂ ਗੱਲ ਦਾ ਗੌਰ ਕਰਨਾ ਕਾਫੀ ਇੰਪੋਰਟੈਂਟ ਹੈ। ਇਹ ਨਾ ਜਿਹੜੀ ਆ ਜਿਹੜਾ ਰੂਲ ਚੱਲ ਰਿਹਾ ਹੈਗਾ ਕਿ ਪ੍ਰੈਪੋਜੀਸ਼ਨ ਬਿਗਨਿੰਗ ਦੇ ਵਿੱਚ ਲੱਗ ਜਾਂਦੀ ਹੈਗੀ, ਰਿਲੇਟਿਵ ਪ੍ਰੋਨਾਉਨ ਤੋਂ ਮੂਹਰੇ ਲੱਗ ਜਾਂਦੀ ਹੈ, ਇਹ ਸਿਰਫ ਵਿੱਚ ਤੇ ਮੂਹਰੇ ਲੱਗਦੀ ਹੈ, ਟੂ ਵਿੱਚ। ਟੂ ਵਟ ਜਾਂ ਟੂ ਦੈਟ ਨਹੀਂ ਲੱਗਦਾ ਹੈਗਾ, ਗਲਤ ਹੋ ਜਾਊਗਾ। ਠੀਕ ਹੈ। ਸੋ ਸਟੂਡੈਂਟ ਦਾ ਮੈਸੇਜ ਆਇਆ ਸੀਗਾ ਕਿ ਹਾਂਜੀ ਵੀ ਸਾਨੂੰ ਐਕਸਰਸਾਈਜ਼ ਦੁਬਾਰਾ ਕਰਨੀ ਹੈਗੀ, ਸੋ ਉਹਨਾਂ ਲਈ ਇਹ ਦੁਬਾਰਾ ਐਕਸਰਸਾਈਜ਼ ਕੀਤੀ ਹੈਗੀ। ਫਿਰ ਵੀ ਜੇ ਚਾਹੇ ਤੁਸੀਂ ਫਸਟ ਕਮਰ ਹੋਗੇ, ਤੁਸੀਂ ਫਸਟ ਟਾਈਮ ਵੀਡੀਓ ਵੇਖ ਰਹੇ ਹੋਗੇ ਜਾਂ ਤੁਸੀਂ ਪਹਿਲਾਂ ਵੀ ਵੇਖੀ ਹੋਈ ਹੈਗੀ, ਪਹਿਲਾਂ ਵੀ ਇਹ ਚੀਜ਼ ਪੜ੍ਹੀ ਹੋਈ ਹੈਗੀ, ਹੈਲਪ ਤਾਂ ਤੁਹਾਨੂੰ ਇਹ ਕਰੀ ਕਰੇਗੀ। ਸੋ ਇਹਦੇ ਨਾਲ ਰਿਲੇਟਡ ਕੁਝ ਐਕਸਰਸਾਈਜ਼ ਜੋ ਤੁਹਾਨੂੰ ਸਕਰੀਨ ਦੇ ਉੱਪਰ ਵਿਖ ਰਹੀਆਂ, ਤੁਸੀਂ ਇਹਨਾਂ ਨੂੰ ਟਰਾਈ ਕਰਕੇ ਵੇਖਣਾ ਹੈਗਾ। ਜਿਵੇਂ ਜੋ ਥਰਡ ਹੈ ਇਹਦੇ ਵਿੱਚ ਕੀ ਲਿਖਿਆ ਹੋਇਆ, ਇਹਨਾਂ ਨੇ ਕੀ ਕਿਹਾ ਪ੍ਰੈਪੋਜੀਸ਼ਨ ਤੁਸੀਂ ਬਿਗਨਿੰਗ ਦੇ ਵਿੱਚ ਲਗਾਓ, ਕਾਫੀ ਇੰਪੋਰਟੈਂਟ ਹੈ। ਚਾਹੇ ਤੁਸੀਂ ETT ਦੇ ਪੇਪਰ 2 ਦੇ ਵਿੱਚ ਇੰਗਲਿਸ਼ ਗ੍ਰਾਮਰ ਦੀ ਤਿਆਰੀ ਕਰ ਰਹੇ ਹੋ, ਚਾਹੇ ਤੁਸੀਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋਗੇ, ਤੁਹਾਡੇ ਲਈ ਇਹ ਐਕਸਰਸਾਈਜ਼, ਤੁਹਾਡੇ ਲਈ ਇਹ ਗ੍ਰਾਮਰ ਦੀ ਵੀਡੀਓਜ਼ ਬਹੁਤ ਜ਼ਿਆਦਾ ਹੈਲਪਫੁਲ ਨੇਗੀਆਂ। ਮੈਂ ਕੁਝ ਕੁ ਵੀਡੀਓਜ਼ ਹਿੰਦੀ ਦੇ ਵਿੱਚ ਵੀ ਅਪਲੋਡ ਕੀਤੀਆਂ ਸੀ, ਬਸ ਸਟੂਡੈਂਟ ਨੇ ਕੀਤਾ, ਪੰਜਾਬ ਦੇ ਸਟੂਡੈਂਟ ਸਪੈਸ਼ਲੀ, ਕਿ ਸਾਨੂੰ ਪੰਜਾਬੀ ਦੇ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਵਧੀਆ ਸਮਝ ਆਉਂਦਾ, ਮੈਂ ਉਹਨਾਂ ਲਈ ਫਿਰ ਪੰਜਾਬੀ ਦੇ ਵਿੱਚ ਹੀ ਸਟਾਰਟ ਕਰਤਾ। ਬਸ ਤੁਸੀਂ ਸਿਰਫ ਇੰਨਾ ਕੀ ਕਰਨਾ ਕਿ ਜਿਹੜੀ ਮੇਰੇ ਵੀਡੀਓਜ਼ ਨੇ, ਮੇਰਾ ਪੇਜ ਹੈ, ਉਸ ਨੂੰ ਸ਼ੇਅਰ ਕਰਦੇ ਰਹਿਣਾ ਗਾ, ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਦੇ ਰਹਿਣਾ ਗਾ ਅਤੇ ਸਬਸਕ੍ਰਾਈਬ ਵੀ ਕਰਦੇ ਰਹਿਣਾ ਗਾ। ਮੈਂ ਸਿਰਫ ਇੰਨਾ ਕੁ ਐਕਸਪੈਕਟ ਕਰਦਾ, ਬਾਕੀ ਤੁਹਾਡੇ ਲਈ ਜਿਹੜੀਆਂ ਵੀਡੀਓਜ਼ ਨੇਗੀਆਂ ਉਹ ਅੱਗੇ ਬਣਦੀਆਂ ਰਹਿਣਗੀਆਂ। ਸੋ ਤੁਸੀਂ ਇਹ ਜਿਹੜੇ ਹੁਣ ਸਕਰੀਨ ਦੇ ਉੱਪਰ ਵਿਖ ਰਹੇ ਨੇ ਨਾ ਸੈਂਟੈਂਸ ਨੂੰ ਸੋਲਵ ਕਰਨਾ, ਕਿ ਇੱਕ ਤਰ੍ਹਾਂ ਤੁਹਾਡੇ ਲਈ ਇਹ ਟੈਸਟ ਹੀ ਹੋ ਜਾਏਗਾ। ਓਕੇ, ਉਸ ਤੋਂ ਬਾਅਦ ਅਸੀਂ ਗੱਲ ਕਰ ਚੁੱਕੇ ਹਾਂਗੇ ਹੂਜ਼, ਵਟ ਅਤੇ ਇਟ ਰਿਲੇਟਿਵ ਸਟਰਕਚਰ ਦੇ ਬਾਰੇ ਗੱਲ ਕਰ ਚੁੱਕੇ ਹਾਂ। ਇਹਦੇ ਵਿੱਚ ਅਸੀਂ ਕੀ ਗੱਲ ਕੀਤੀ ਸੀ, ਇਹਦੇ ਵਿੱਚ ਹੂਜ਼ ਦੇਖਿਆ ਸੀ ਕਿੱਥੇ ਕਿੱਥੇ ਲੱਗਦਾ ਹੈਗਾ, ਵਟ ਦੇਖਿਆ ਸੀ ਕਿਵੇਂ ਲੱਗਦਾ ਹੈਗਾ, ਅਤੇ ਇਟ ਕਿੱਥੇ ਲੱਗਦਾ ਹੈਗਾ। ਤੁਹਾਨੂੰ ਮੈਂ ਸ਼ਾਰਟ ਦੇ ਵੀ ਦੱਸ ਚੁੱਕਾ, ਵੈਸੇ ਆਲਰੇਡੀ ਇਹਦੀ ਆਪਾਂ ਵੀਡੀਓ ਜੋ ਹੈ ਅਸੀਂ ਕਰ ਚੁੱਕੇ ਹਾਂਗੇ, ਅਸੀਂ ਇਹਦੇ ਬਾਰੇ ਡਿਸਕਸ ਕਰ ਚੁੱਕੇ ਹਾਂਗੇ। ਹੂਜ਼ ਮਤਲਬ ਕਿਸ ਦਾ ਜਾਂ ਜਿਸ ਦਾ। ਹੂਜ਼ ਇਨਸਾਨ ਦੇ ਨਾਲ ਵੀ ਲੱਗ ਜਾਂਦਾ, ਵਸਤੂ ਦੇ ਨਾਲ ਵੀ ਲੱਗ ਜਾਂਦਾ ਹੈਗਾ, ਨੋਨ ਲਿਵਿੰਗ ਥਿੰਗ ਦੇ ਨਾਲ ਵੀ ਲੱਗ ਜਾਂਦਾ। ਜਿਹੜਾ ਵਟ ਹੈ, ਬਟ ਜਿਹੜਾ ਹੈ ਉਹ ਕਿਸੇ ਚੀਜ਼ ਦੇ ਨਾਲ ਲੱਗਦਾ ਹੁੰਦਾ ਹੈਗਾ, ਹੈ ਨਾ, ਜਾਂ ਕਿਸੇ ਪਰਸਨ ਦਾ। ਜਦੋਂ ਆਪਾਂ ਪੁੱਛਦੇ ਹਾਂ ਉਹਦਾ ਪ੍ਰੋਫੈਸ਼ਨ ਕੀ ਹੈ, ਉਹਦਾ ਨਾਮ ਕੀ ਹੈਗਾ, ਉਹ
ਸੋ ਜਿਹੜਾ ਵਟ ਹੈ, ਵਟ ਦੇ ਨਾਲ ਨਾਊਨ ਲੱਗ ਜਾਂਦਾ ਹੈਗਾ, ਮਤਲਬ ਕਿ ਨਾਊਨ ਲੱਗ ਵੀ ਜਾਂਦਾ ਤੇ ਬਿਨਾਂ ਵੀ ਲੱਗ ਜਾਂਦਾ ਹੈਗਾ। ਮਤਲਬ ਕਿ ਵਟ ਜਿਹੜਾ ਹੁੰਦਾ ਇਕੱਲਾ ਯੂਜ਼ ਕੀਤਾ ਜਾ ਸਕਦਾ ਹੈਗਾ, ਪਰ ਜਿਹੜਾ ਹੂਜ਼ ਹੈ ਉਹਦੇ ਨਾਲ ਸਾਨੂੰ ਨਾਊਨ ਲਗਾਉਣਾ ਹੀ ਪੈਂਦਾ। ਉਸ ਤੋਂ ਬਾਅਦ ਇਟ ਦੀ ਗੱਲ ਕੀਤੀ ਸੀਗੀ, ਜਦੋਂ ਨਾ ਅਸੀਂ ਕੋਈ ਚੀਜ਼ ਸਟਰੋਂਗਲੀ ਕਹਿਣੀ ਹੋਵੇ ਤਾਂ ਅਸੀਂ ਇਟ ਵਾਲੀ ਫਾਰਮ ਯੂਜ਼ ਕਰਾਂ, ਜਿਵੇਂ ਇਟ ਇਜ਼ COVID-19, it is COVID-19 that is compelling us to stay at our home। ਇਹ COVID-19 ਹੀ ਹੈ ਜਿਹਦੇ ਕਰਕੇ ਅਸੀਂ ਕੰਪੈਲ ਹੋਏ ਪਏ ਹਾਂ, ਮਜਬੂਰ ਹੋਏ ਪਏ ਘਰੇ ਰਹਿਣ ਵਾਸਤੇ। ਸੋ ਇਹ ਇਟ ਨਾਲ ਰਿਲੇਟਡ ਸੀਗਾ। ਜੇ ਡਿਟੇਲ ਦੇ ਵਿੱਚ ਤੁਸੀਂ ਇਹਨਾਂ ਨੂੰ ਕਰਨਾਗਾ, ਇਹਨਾਂ ਰੂਲਸ ਨੂੰ ਕਰਨਾਗਾ, ਤਾਂ ਜਿਹੜੀ ਵੀਡੀਓ ਦਾ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈਗਾ, ਤੁਸੀਂ ਉਸ ਨੂੰ ਵੇਖ ਸਕਦੇ ਹੋਗੇ। ਇਸ ਤੋਂ ਬਾਅਦ ਇਹਨਾਂ ਨਾਲ ਰਿਲੇਟਡ ਐਕਸਰਸਾਈਜ਼ਸ ਸੀਗੀਆਂ, ਜਿਵੇਂ ਹੁਣ ਫਸਟ ਦੇ ਵਿੱਚ ਹੈ, ਕਹਿੰਦੇ ਨੇ ਕਿ ਹੂ ਲਗਾਓ ਜਾਂ ਹੂਜ਼ ਲਗਾਓ। ਉਸ ਤੋਂ ਬਾਅਦ ਵਟ ਲਗਾਉਣਾ ਆਪਾਂ ਨੇ। ਥਰਡ ਦੇ ਵਿੱਚ ਇਟ ਨਾਲ ਸੈਂਟੈਂਸ ਬਣਾਉਣਾ ਗਾ। ਸੋ ਇਹ ਰੂਲ ਸੀਗਾ। ਉਸ ਤੋਂ ਬਾਅਦ ਜੋ ਆਪਣੀ ਨਵੀਂ ਪਾਰਟ ਹੈ, ਨਵਾਂ ਐਕਸਰਸਾਈਜ਼ ਦਾ ਪਾਰਟ ਹੈ, ਉਹ ਆਪਾਂ ਵੇਖਣਾ ਗਾ। ਉਹਦੇ ਵਿੱਚ ਕੀ ਹੈ, ਦ ਯੂਜ਼ ਆਫ ਰਿਲੇਟਿਵ ਕਲੌਜ਼ਸ। ਹੁਣ ਆਪਾਂ ਰਿਲੇਟਿਵ ਕਲੌਜ਼ਸ ਨੂੰ ਯੂਜ਼ ਕਰਨਾ। ਉਹ ਕਹਿੰਦੇ ਵੀ ਦੇਰ ਆਰ ਟੂ ਕਾਈਂਡਸ ਆਫ ਰਿਲੇਟਿਵ ਕਲੌਜ਼ਸ। ਦੋ ਤਰ੍ਹਾਂ ਦੀਆਂ ਰਿਲੇਟਿਵ ਕਲੌਜ਼ਸ ਹੁੰਦੀਆਂ ਨੇ। ਕਿਹੜੀਆਂ ਹੁੰਦੀਆਂ ਨੇਗੀਆਂ? ਇੱਕ ਤਾਂ ਹੁੰਦੀ ਹੈ ਜੀ ਆਇਡੈਂਟੀਫਾਈਂਗ ਕਲੌਜ਼, ਇੱਕ ਹੁੰਦੀ ਹੈ ਐਡਿੰਗ ਕਲੌਜ਼। ਆਇਡੈਂਟੀਫਾਈਂਗ ਦਾ ਮਤਲਬ ਪਹਿਚਾਨਣਾ, ਪਹਿਚਾਨ ਕਰਾਉਣਾ। ਇੱਕ ਹੁੰਦਾ ਐਡਿੰਗ, ਮਤਲਬ ਜੋ ਦਿੱਤਾ ਹੋਇਆ ਹੈਗਾ ਉਹਦੇ ਵਿੱਚ ਹੀ ਉਹਦੀ ਡਿਟੇਲ ਦੇ ਵਿੱਚ ਐਡੀਸ਼ਨ ਕਰਨੀ। ਜਿਵੇਂ ਦ ਮੈਨ ਹੂ ਲਿਵਸ ਨੈਕਸਟ ਡੋਰ ਟੂ ਮੈਲਨੀ ਇਜ਼ ਰਾਦਰ ਸਟ੍ਰੇਂਜ। ਹੁਣ ਦੇਖੋ ਇੱਥੇ ਮੈਨ ਦੀ ਪਹਿਚਾਨ ਕਰਵਾਈ ਜਾ ਰਹੀ ਹੈ। ਮੈਨ ਕੌਣ ਆ? ਜਿਹੜਾ ਕਿ ਮੈਲਨੀ ਦੇ ਨਾਲ ਵਾਲੇ ਘਰ ਦੇ ਵਿੱਚ ਰਹਿੰਦਾ ਹੈ। ਆਦਮੀ ਦੀ ਪਹਿਚਾਨ ਹੋ ਗਈ ਇੱਥੇ। ਦ ਮੈਨ ਹੂ ਲਿਵਸ ਨੈਕਸਟ ਡੋਰ ਟੂ ਮੈਲਨੀ ਇਜ਼ ਰਾਦਰ ਸਟ੍ਰੇਂਜ। ਹੁਣ ਐਡਿੰਗ ਦੇ ਵਿੱਚ ਦੇਖੋ, ਜੇਕ ਹੂ ਲਿਵਸ ਨੈਕਸਟ ਡੋਰ ਟੂ ਮੈਲਨੀ ਇਜ਼ ਰਾਦਰ ਸਟ੍ਰੇਂਜ। ਜੈਕ ਜਿਹੜਾ ਕਿ ਨੈਕਸਟ ਡੋਰ ਰਹਿੰਦਾ ਮੈਲਨੀ ਦੇ, ਮੈਲਨੀ ਦੇ ਨਾਲ ਰਹਿੰਦਾ ਹੈਗਾ, ਇਜ਼ ਰਾਦਰ ਸਟ੍ਰੇਂਜ। ਹੁਣ ਤੁਸੀਂ ਵੇਖੋਗੇ ਇਹਦੇ 'ਚ ਫਰਕ ਕੀ ਹੈਗਾ, ਡਿਫਰੈਂਸ ਹੈ। ਸਾਨੂੰ ਕਿਵੇਂ ਪਤਾ ਲੱਗੂ ਵੀ ਆਇਡੈਂਟੀਫਾਈਂਗ ਆ ਜਾਂ ਐਡਿੰਗ ਹੈਗੀ? ਮੈਂ ਤੁਹਾਨੂੰ ਬੜੀ ਸਿੰਪਲ ਜੀ ਟ੍ਰਿਕ ਦੱਸਦਾ, ਤੁਹਾਨੂੰ ਬਾਹਲਾ ਬੋਝ ਪਾਉਣ ਦੀ ਲੋੜ ਨਹੀਂ। ਅਗਰ ਕਿਸੇ ਸੈਂਟੈਂਸ ਦੇ ਵਿੱਚ ਜਾਂ ਕਲੌਜ਼ਸ ਦੇ ਵਿੱਚ ਕੌਮਾਸ ਲੱਗੇ ਹੋਏ ਨੇ, ਕੌਮਾਸ, ਤਾਂ ਉਹ ਐਡਿੰਗ ਹੁੰਦੀ ਹੈਗੀ, ਐਡਿੰਗ ਕਲੌਜ਼ ਹੁੰਦੀ ਹੈਗੀ, ਡਿਟੇਲ ਐਡ ਕੀਤੀ ਜਾ ਰਹੀ ਹੁੰਦੀ ਆ। ਪਰ ਜੇ ਕੋਈ ਬਿਨਾਂ ਕੌਮਾਸ ਤੋਂ ਹੁੰਦੀ ਹੈਗੀ ਜਾਂ ਬਿਨਾਂ ਕੌਮਾ ਤੋਂ ਹੁੰਦੀ ਹੈਗੀਆਂ ਕਲੌਜ਼ਸ, ਉਹ ਆਇਡੈਂਟੀਫਾਈਂਗ ਹੁੰਦੀ ਆ। ਤੁਸੀਂ ਵੇਖੋ ਹੁਣ ਤੁਹਾਨੂੰ ਲੱਗ ਜੂਗਾ ਪਤਾ। ਦ ਮੈਨ ਹੂ ਲਿਵਸ ਨੈਕਸਟ ਡੋਰ ਟੂ ਮੈਲਨੀ ਇਜ਼ ਰਾਦਰ ਸਟ੍ਰੇਂਜ, ਉਹ 'ਚ ਕੌਮਾ ਨਹੀਂ ਹੈ। ਹੁਣ ਸਾਹਮਣੇ ਲਿਖੋ, ਜੇਕ ਹੂ ਲਿਵਸ ਨੈਕਸਟ ਡੋਰ ਟੂ ਮੈਲਨੀ, ਕੌਮਾ ਇਜ਼ ਰਾਦਰ ਸਟ੍ਰੇਂਜ। ਸੋ ਲੱਗ ਗਿਆ ਨਾ ਫਰਕ, ਪਤਾ ਲੱਗ ਗਿਆ ਤੁਹਾਨੂੰ। ਸੋ ਕੌਮਾ ਲੱਗਣ ਦਾ ਮਤਲਬ ਕੀ ਹੈਗਾ, ਅਸੀਂ ਡਿਟੇਲ ਐਡ ਕਰ ਰਹੇ ਹੈਗੇ, ਐਕਸਟਰਾ ਡਿਟੇਲ ਦੇ ਰਹੇ ਹੈਗੇ ਆਪਾਂ। ਸੋ ਇਹ ਛੋਟੇ ਜਿਹਾ ਟ੍ਰਿਕ ਸੀਗਾ, ਤੁਹਾਡੇ ਲਈ ਹਮੇਸ਼ਾ ਇਹ ਕੰਮ ਆਏਗਾ। ਕੀ ਦੱਸਿਆ ਸੀ ਕਿ ਜਿਹੜੀ ਆਇਡੈਂਟੀਫਾਈਂਗ ਕਲੌਜ਼ ਹੁੰਦੀ ਆ ਉਹਦੇ 'ਚ ਕੌਮਾਸ ਨਹੀਂ ਲੱਗਦੇ, ਅਤੇ ਜਿਹੜੀ ਐਡਿੰਗ ਕਲੌਜ਼ ਜਿਹਦੇ 'ਚ ਕਿ ਆਪਾਂ ਡਿਟੇਲਸ ਐਡ ਕਰਦੇ ਹੁੰਦੇ ਹਾਂ ਉਹਦੇ ਵਿੱਚ ਸਾਨੂੰ ਕੌਮਾਸ ਯੂਜ਼ ਕਰਦੇ ਹਾਂ। ਕੌਮਾ ਛੱਡੋ, ਉਹਦੇ ਵਿੱਚ ਬ੍ਰੈਕਟ ਵੀ ਯੂਜ਼ ਕਰ ਸਕਦੇ ਹਾਂ ਅਸੀਂ, ਡੈਸ਼ ਵਗੈਰਾ ਵੀ ਯੂਜ਼ ਕਰ ਸਕਦੇ ਹਾਂ ਆਪਾਂ। ਠੀਕ ਹੈ ਜੀ, ਮਤਲਬ ਅਸੀਂ ਅਲੱਗ-ਅਲੱਗ ਕਰਨਾ ਹੁੰਦਾ ਉਹਨਾਂ ਨੂੰ। ਜਿਹੜੀਆਂ ਰਿਲੇਟਿਵ ਕਲੌਜ਼ਸ ਹੁੰਦੀਆਂ ਨੇ, ਆਇਡੈਂਟੀਫਾਈਂਗ ਹੁੰਦੀਆਂ ਨੇ, ਜ਼ਿਆਦਾਤਰ ਨਾ ਅਸੀਂ ਜੋ ਬੋਲਦੇ ਹੁੰਦੇ ਹਾਂ ਜਾਂ ਲਿਖਦੇ ਹੁੰਦੇ ਹੈਗੇ ਉਦੋਂ ਦੋਨਾਂ ਵਿੱਚ ਯੂਜ਼ ਕਰਦੇ ਹੁੰਦੇ ਹਾਂ। ਸੋ ਰਿਲੇਟਿਵ ਕਲੌਜ਼ਸ ਨਾ, ਚਾਹੇ ਅਸੀਂ ਬੋਲ ਰਹੇ ਹਾਂ ਜਾਂ ਲਿਖ ਰਹੇ ਹੈਗੇ, ਅਸੀਂ ਇਹ ਯੂਜ਼ ਕਰਦੇ ਹੁੰਦੇ ਹੈਗੇ। ਪਰ ਜਿਹੜੀਆਂ ਐਡਿੰਗ ਕਲੌਜ਼ਸ ਨੇਗੀਆਂ, ਕੈਨ ਵੀ ਰਾਦਰ ਫਾਰਮਲ, ਇਹ ਫਾਰਮਲ ਹੀ ਹੁੰਦੀਆਂ ਨੇਗੀਆਂ। ਅਸੀਂ ਇਹਨਾਂ ਨੂੰ ਰਾਈਟਿੰਗ ਦੇ ਵਿੱਚ ਯੂਜ਼ ਕਰਦੇ, ਜਿਵੇਂ ਫਾਰਮਲੀ ਜਦੋਂ ਅਸੀਂ ਲਿਖਦੇ ਹੁੰਦੇ ਹਾਂ ਫਾਰਮਲੀ, ਉਦੋਂ ਅਸੀਂ ਇਹ ਯੂਜ਼ ਕਰਦੇ ਹੁੰਦੇ ਹਾਂ। ਜਿਵੇਂ ਦੇਖੋ ਲੈਟਰ ਦੀ ਗੱਲ ਕਰੀਏ, ਆਈ ਕੌਮਾ, ਆਈ ਕੌਮਾ, the owner of Vidya English classes, comma, is going to discuss about WH family in this video। ਸੋ ਦੇਖੋ ਤੇ ਕੌਮਾ ਲੱਗਿਆ, ਆਈ ਤੋਂ ਬਾਅਦ ਕੌਮਾ, owner of Vidya English classes, ਕੌਮਾ। ਸੋ ਇਹ ਕੀ ਹੈ, ਇਹ ਜਦੋਂ ਅਸੀਂ ਫਾਰਮਲੀ ਬੋਲਦੇ ਆਂਗੇ, ਸੌਰੀ ਫਾਰਮਲੀ ਲਿਖਦੇ ਹਾਂ ਜਦੋਂ, ਅਸੀਂ ਉਦੋਂ ਕੌਮਾ ਯੂਜ਼ ਕਰਦੇ ਹਾਂ। ਪਰ ਜਦੋਂ ਬੋਲਣ ਦੀ ਗੱਲ ਆਉਂਦੀ ਹੈਗੀ, ਜਾਂ ਵੈਸੇ ਅਗਰ ਆਪਾਂ ਗੱਲ ਕਰੀਏ ਬੋਲਣ ਜਾਂ ਲਿਖਣ ਦੇ ਵਿੱਚ, ਤਾਂ ਅਸੀਂ ਬਿਨਾਂ ਕੌਮਾ ਯੂਜ਼ ਕਰਦੇ। ਪਰ ਜਦੋਂ ਅਸੀਂ ਫਾਰਮਲੀ ਲਿਖਦੇ ਹੁੰਦੇ ਹਾਂ ਉਦੋਂ ਸਾਨੂੰ ਕੌਮਾਸ ਲਗਾਉਣੇ ਹੀ ਪੈਂਦੇ ਨੇਗੇ। ਸਮਝ ਗਏ ਮੇਰੀ ਗੱਲ? ਸੋ ਇਹਨਾਂ ਨਾਲ ਰਿਲੇਟਡ ਜੋ ਤੁਹਾਨੂੰ ਕਰਨ ਦੀ ਲੋੜ ਹੈਗੀ ਉਹ ਹੈਗੀ ਥਰਡ। ਹੁਣ ਇਹਦੇ ਵਿੱਚ ਤੁਸੀਂ ਇਹੀ ਵੇਖਣਾ ਗਾ ਕਿ ਮੈਂ ਕੀ ਲਗਾਵਾਂ, ਮੈਂ ਕੌਮਾਸ ਲਗਾਵਾਂ ਜਾਂ ਮੈਂ ਨਾ ਲਗਾਵਾਂ। ਮੈਂ
ਤੁਹਾਡੀ ਮਰਜ਼ੀ। ਇਹਨਾਂ ਨੇ ਕਿਹਾ ਪੁੱਟ ਇਨ ਦਾ ਰਿਲੇਟਿਵ ਕਲੌਜ਼ ਯੂ ਮੇ ਆਲਸੋ ਨੀਡ ਟੂ ਪੁੱਟ ਇਨ 1 or 2 ਕੌਮਾਸ। ਹੁਣ ਤੁਸੀਂ ਖੁਦ ਵੇਖਣਾ ਹੈਗਾ, ਤੁਸੀਂ ਸੈਂਟੈਂਸ ਪੜ੍ਹ ਕੇ ਤੁਹਾਨੂੰ ਇੱਥੇ ਪਤਾ ਲੱਗਣਾ ਚਾਹੀਦਾ ਹੈਗਾ ਕਿ ਵੀ ਮੈਂ ਇੱਥੇ ਕੌਮਾ ਲਗਾਵਾਂ ਜਾਂ ਨਾ ਲਗਾਵਾਂ। ਜੇ ਤੁਹਾਨੂੰ ਲੱਗਦਾ ਹੈਗਾ ਕਿ ਫਾਰਮਲ ਹੈ, ਇਹ ਕਾਫੀ ਫਾਰਮਲ ਹੈਗਾ ਤੇ ਰਿਟਨ ਫਾਰਮ ਦੇ ਵਿੱਚ ਹੀ ਹੈਗਾ, ਫਿਰ ਤਾਂ ਦੇਖੋ ਤੁਹਾਨੂੰ ਕੌਮਾ ਲਾਉਣਾ ਪਊਗਾ। ਪਰ ਜੇ ਤੁਹਾਨੂੰ ਲੱਗਦਾ ਹੈਗਾ ਕਿ ਵੀ ਇਹ ਫਾਰਮਲ ਨਹੀਂ ਹੈਗਾ, ਨੂੰ ਬੋਲਣ ਦੇ ਵਿੱਚ ਵੀ ਯੂਜ਼ ਕਰ ਸਕਦੇ ਆ, ਫਿਰ ਤੁਹਾਨੂੰ ਉੱਥੇ ਲੋੜ ਨਹੀਂ ਹੈਗੀ ਗੀ। ਠੀਕ ਹੈ ਜੀ। ਸੋ ਆਪਾਂ ਚਲੋ ਇੱਕ ਦੋ ਸੈਂਟੈਂਸ ਕਰਕੇ ਵੇਖਦੇ ਆਂਗੇ। ਜਿਵੇਂ ਹੈ ਫਸਟ ਸੈਂਟੈਂਸ ਹੈ ਅਨਸੋਲਵ, ਹੂ ਟੁਕ ਰੀਤਾ ਟੂ ਪਾਰਟੀ, ਦ ਪਰਸਨ ਡੈਸ਼ ਵਾਸ ਟੌਮ। ਹੁਣ ਇਹ ਕੋਈ ਇੰਨਾ ਫਾਰਮਲ ਨਹੀਂ ਹੈਗਾ, ਆਪਾਂ ਸਿੱਧਾ ਕਹਾਂਗੇ ਪਰ ਬੰਦਾ ਜਿਹੜਾ ਕਿ ਰੀਤਾ ਨੂੰ ਪਾਰਟੀ ਦੇ ਵਿੱਚ ਲੈ ਕੇ ਗਿਆ ਸੀਗਾ ਟੌਮ ਸੀਗਾ। ਸੋ ਇੱਥੇ ਤੁਸੀਂ ਸਿੰਪਲ ਕੀ ਕਹਿ ਸਕਦੇ ਹੋਗੇ, ਦ ਪਰਸਨ ਹੂ ਟੁਕ ਰੀਤਾ ਟੂ ਦ ਪਾਰਟੀ ਵਾਸ ਟੌਮ। ਠੀਕ ਹੈ ਜੀ। ਸੈਕਿੰਡ ਹੈ ਹੂ ਹੈਜ਼ ਅ ਬੈਡ ਟੈਂਪਰ ਹੈਨਰੀ ਸ਼ਾਊਟਡ ਐਟ ਦਾ ਵੇਟਰ। ਸੋ ਇੱਥੇ ਕੌਮਾ ਲਗਾ। ਸੋ ਤੁਹਾਡੀ ਮਰਜ਼ੀ ਹੈਗੀ, ਚਾਹੇ ਤੁਸੀਂ ਕੌਮਾਜ਼ ਲਗਾਓ ਚਾਹੇ ਨਹੀਂ ਲਗਾਓ, ਬਸ ਉਹਨੂੰ ਡਿਸਾਈਡ ਕਰਨਾ ਪੈਣਾ ਵੀ ਕੌਮਾ ਕਿੱਥੇ ਲੱਗੂਗਾ। ਜਿਵੇਂ ਹੁਣ ਸੈਕਿੰਡ ਦੇ ਵਿੱਚ ਹੈ ਹੈਨਰੀ ਕੌਮਾ ਹੂ ਹੈਜ਼ ਅ ਬੈਡ ਟੈਂਪਰ ਕੌਮਾ ਸ਼ਾਊਟਡ ਐਟ ਦਾ ਵੇਟਰ। ਹੁਣ ਤੁਹਾਨੂੰ ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਮਸਲ ਦਾ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਤਾਂ ਵੈਸੇ ਇਹ ਕੁਐਸਚਨਸ ਨਹੀਂ ਆਉਂਦੇ, ਬਟ ਫਿਰ ਵੀ ਹਾਂ ਇਹ ਕੁਐਸਚਨ ਪੁੱਛ ਸਕਦੇ ਨੇ ਵੀ ਇਹ ਆਇਡੈਂਟੀਫਾਈਂਗ ਕਲੌਜ਼ ਹੈ ਜਾਂ ਐਡਿੰਗ ਕਲੌਜ਼ ਹੈ, ਤਾਂ ਤੁਸੀਂ ਉੱਥੇ ਆਨਸਰ ਹੀ ਦੇ ਸਕਦੇ ਹੋ। ਅਦਰਵਾਈਜ਼ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਇਦਾਂ ਦਾ ਕੁਐਸਚਨ ਨਹੀਂ ਆਉਂਦਾ ਹੁੰਦਾ ਹੈਗਾ। ਹਾਂ ਬਟ ਅਗਰ ਆਪਾਂ ਗ੍ਰੈਜੂਏਸ਼ਨ ਦੀ ਗੱਲ ਕਰ ਰਹੇ ਹਾਂਗੇ ਕਿ ਅਸੀਂ ਸਾਨੂੰ ਐਗਜ਼ਾਮ ਦੇ ਵਿੱਚ ਆ ਸਕਦਾ ਸਾਨੂੰ ਇਹ, ਹਾਂ ਇਹ ਕੁਐਸਚਨ ਬਿਲਕੁਲ ਆ ਸਕਦੇ, ਇੰਪੋਰਟੈਂਟ ਕੁਐਸਚਨਸ ਨੇਗੇ ਇਹ। ਇਸ ਤੋਂ ਬਾਅਦ ਆਪਾਂ ਜੋ ਨੈਕਸਟ ਵੀਡੀਓਜ਼ ਹੈ ਉਹਦੇ ਵਿੱਚ ਰਿਲੇਟਿਵ ਪ੍ਰੋਨਾਊਨ ਤੇ ਰਿਲੇਟਿਵ ਐਡਵਰਬਸ ਕਰਾਂਗੇ। ਪਰ ਫਿਲਹਾਲ ਦੀ ਘੜੀ ਜਿੰਨਾ ਹੁਣ ਤੱਕ ਕੀਤਾ ਸੀਗਾ ਇਹ ਇਨਫ ਹੈ। ਇਹਦੇ ਨਾਲ ਰਿਲੇਟਡ ਜਿਹੜਾ ਟੈਸਟ ਹੈ ਤੁਹਾਨੂੰ ਸਕਰੀਨ ਦੇ ਉੱਪਰ ਵਿਖ ਹੀ ਰਿਹਾ ਹੈਗਾ ਹੁਣ। ਤਾਂ ਹੁਣ ਇਹਦੇ ਵਿੱਚ ਕੀ ਹੈ, ਫਸਟ ਦੇ ਵਿੱਚ ਕੀ ਕਰਨਾ, ਰੀਰਾਈਟ ਦਾ ਫਸਟ ਸੈਂਟੈਂਸ ਯੂਜ਼ਿੰਗ ਅ ਪ੍ਰੈਪੋਜੀਸ਼ਨ ਐਟ ਦਾ ਬਿਗਨਿੰਗ ਆਫ ਅ ਰਿਲੇਟਿਵ ਕਲੌਜ਼। ਸੋ ਅਸੀਂ ਪ੍ਰੈਪੋਜੀਸ਼ਨ ਬਿਗਨਿੰਗ ਦੇ ਵਿੱਚ ਯੂਜ਼ ਕਰਨੀ ਹੈ ਇਹਨਾਂ ਸੈਂਟੈਂਸ ਦੇ ਵਿੱਚ। ਸੋ ਸੈਕਿੰਡ ਕੁਐਸਚਨ ਹੈ ਪੁੱਟ ਇਨ ਦਾ ਰਿਲੇਟਿਵ ਕਲੌਜ਼ਸ। ਇਹ 'ਚ ਰਿਲੇਟਿਵ ਕਲੌਜ਼ਸ ਕਰਨੀਆਂ ਨੇ ਕਿ ਬਣਾਉਣੀਆਂ ਆਪਾਂ ਨੇ। ਯੂ ਮੇਰ ਆਲਸੋ ਨੀਡ ਟੂ ਪੁੱਟ ਇਨ 1 or 2 ਕੌਮਾਸ। ਹੁਣ ਨੇ ਆਪਾਂ ਗੱਲ ਕਰਕੇ ਆ ਵੀ ਇੱਕ ਜਾਂ ਦੋ ਕੌਮਾਸ ਲਗਾ ਸਕਦੇ ਹੋਗੇ। ਜੋ ਥਰਡ ਹੈ ਪੁੱਟ ਇਨ ਦਾ ਰਿਲੇਟਿਵ ਕਲੌਜ਼ਸ ਸਮਟਾਈਮਸ ਦੇਅਰ ਇਜ਼ ਮੋਰ ਦੈਨ ਵਨ ਪੋਸੀਬਲ ਆਨਸਰ। ਸੋ ਅਸੀਂ ਰਿਲੇਟਿਵ ਕਲੌਜ਼ਸ ਬਣਾਉਣੀਆਂ ਨੇਗੀਆਂ। ਫਸਟ ਤੁਹਾਨੂੰ ਸਟੇਟਮੈਂਟ ਦਿੱਤੀ ਹੋਈ ਹੈਗੀ, ਉਹਦੀ ਹੈਲਪ ਨਾਲ ਤੁਸੀਂ ਨੈਕਸਟ ਸੈਂਟੈਂਸ ਬਣਾਉਣਾ। ਕਈ ਵਾਰ ਇੱਕ ਤੋਂ ਵੱਧ ਆਨਸਰ ਵੀ ਪੋਸੀਬਲ ਹੋ ਸਕਦੇ ਨੇਗੇ। ਆਈ ਗੱਲ ਸਮਝ ਦੇ ਵਿੱਚ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਫੋਰਥ ਕੁਐਸਚਨ ਹੈ ਕੰਪਲੀਟ ਦਾ ਡੈਫੀਨੇਸ਼ਨਸ, ਪੁੱਟ ਇਨ ਐਨ ਐਕਟਿਵ ਔਰ ਪੈਸਿਵ ਪਾਰਟੀਸਿਪਲ। ਇਹ ਇਹਦੇ ਵਿੱਚ ਐਕਟਿਵ ਜਾਂ ਪੈਸਿਵ ਪਾਰਟੀਸਿਪਲ ਆਪਾਂ ਲਗਾਉਣੇ ਨੇਗੇ, ਉਹ ਦੇਖਦੇ ਆਂਗੇ ਆਪਾਂ। ਹੁਣ ਮੈਂ ਤੁਹਾਨੂੰ ਥੋੜ੍ਹੇ ਟਾਈਮ ਦੇ ਵਿੱਚ ਮੈਂ ਕਿ ਤੁਹਾਨੂੰ ਮੈਂ ਹੁਣੇ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਵੀ ਐਕਟਿਵ ਪਾਰਟੀਸਿਪਲ ਕਦੋਂ ਯੂਜ਼ ਕਰਨੇ ਆ, ਪੈਸਿਵ ਪਾਰਟੀਸਿਪਲ ਤੁਸੀਂ ਕਦੋਂ ਯੂਜ਼ ਕਰਨੇ ਨੇਗੇ। ਠੀਕ ਹੈ ਜੀ। ਸੋ ਇਹ ਤੁਸੀਂ ਕਰਨੇ ਨੇਗੇ। ਤੁਹਾਨੂੰ ਜੋ ਹੁਣ ਇਸ ਤੋਂ ਬਾਅਦ ਤੁਹਾਨੂੰ ਟੈਸਟ ਮਿਲੇਗਾ ਮੈਂ ਤੁਹਾਨੂੰ ਕਰਵਾਊਂਗਾ, ਸੋ ਨਾ ਸਾਰਾ ਟੈਸਟ ਤੁਸੀਂ ਕਰ ਸਕੋਗੇ। ਇਹਨਾਂ ਦੇ ਰੂਲਸ ਮੈਂ ਤੁਹਾਨੂੰ ਹੁਣੇ ਦੱਸ ਦੇਣਾ ਤੁਹਾਨੂੰ ਮੈਂ। ਸੋ ਕੁਐਸਚਨ 5 ਹੈ ਰਾਈਟ ਈਚ ਨਿਊਜ਼ ਆਈਟਮ as one sentence, change the part in bracket into a clause into active participle or passive participle। ਸੋ ਤੁਸੀਂ ਹੁਣ ਸੈਂਟੈਂਸ ਨੂੰ ਕੰਪਲੀਟ ਤਾਂ ਕਰਨਾ ਹੈਗਾ, ਤੁਸੀਂ ਹੁਣ ਇਹ ਡਿਸਾਈਡ ਕਰਨਾ ਕਿ ਮੈਂ ਐਕਟਿਵ ਪਾਰਟੀਸਿਪਲ ਲਾਵਾਂ ਜਾਂ ਪੈਸਿਵ ਪਾਰਟੀਸਿਪਲ ਲਾਵਾਂ। ਕਾਫੀ ਇੰਪੋਰਟੈਂਟ ਹੈ। ਤੁਸੀਂ ਚਾਹੇ ਈਟੀਟੀ ਦੀ ਤਿਆਰੀ ਕਰ ਰਹੇ ਹੋ, ਈਟੀਟੀ ਦੇ ਪੇਪਰ 1 ਦੀ ਤਿਆਰੀ ਕਰ ਰਹੇ ਹੋ, ਚਾਹੇ ਤੁਸੀਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਚਾਹੇ ਤੁਸੀਂ ਇੰਗਲਿਸ਼ ਗ੍ਰਾਮਰ ਦੀ ਤਿਆਰੀ ਕਰ ਰਹੇ ਹੋ, ਇਹ ਤੁਹਾਡੇ ਲਈ ਸਮਝਣਾ ਬਹੁਤ ਜ਼ਰੂਰੀ ਹੈਗਾ। ਕਿਉਂਕਿ ਇਹ ਚੀਜ਼ਾਂ ਸਾਨੂੰ ਪਤਾ ਹੀ ਨਹੀਂ ਲੱਗਦੀਆਂ ਜੀ ਵੀ ਇਹ ਚੀਜ਼ ਵੀ ਹੋ ਸਕਦੀ ਹੈਗੀ, ਬਟ ਇਹ ਅਕਸਰ ਹੀ ਸਾਨੂੰ ਤੰਗ ਵੀ ਕਰਦੀ ਹੈ। ਸੋ ਧਿਆਨ ਨਾਲ ਸਮਝਣਾ ਇਸ ਨੂੰ। ਉਸ ਤੋਂ ਬਾਅਦ ਹੈ ਨੈਕਸਟ ਜੋ ਹੈ 6 ਦੇ ਵਿੱਚ ਹੈ ਕਮੈਂਟ ਔਨ ਈਚ ਸਿਚੁਏਸ਼ਨ। ਹਰ ਇੱਕ ਸਿਚੁਏਸ਼ਨ ਦੇ ਉੱਪਰ ਤੁਸੀਂ ਕਮੈਂਟ ਕਰਨਾ ਹੈਗਾ। ਯੂਜ਼ ਦਾ ਟੂ ਇਨਫਿਨਿਟਿਵ ਸਟਰਕਚਰ, ਤੁਸੀਂ ਇਹਦੇ ਵਿੱਚ ਟੂ ਇਨਫਿਨਿਟਿਵ ਸਟਰਕਚਰ ਯੂਜ਼ ਕਰਨੀ ਹੈਗੀ। ਸੋ ਇਹ ਤੁਹਾਡਾ ਇੱਕ ਟੈਸਟ ਸੀਗਾ। ਤੇ ਹੁਣ ਜਿਹੜੇ ਰੂਲਸ ਰਹਿ ਗਏ ਸੀਗੇ ਮੈਂ ਤੁਹਾਡਾ ਹੁਣ ਡਿਸਕਸ ਕਰਨ ਜਾ ਰਿਹਾ ਹੈਗਾ। ਸੋ ਹੁਣ ਆਪਾਂ ਜਿਹੜੇ ਰੂਲਸ ਰਹਿ ਗਏ ਸੀਗੇ, ਜਿਹੜੇ ਮੈਂ ਤੁਹਾਨੂੰ ਹੁਣ ਆਲਰੇਡੀ ਦੱਸ ਚੁੱਕਿਆ ਕਿ ਕਾਫੀ ਇੰਪੋਰਟੈਂਟ ਨੇਗੇ, ਆਪਾਂ ਉਹ ਕਰਨ ਜਾ ਰਹੇ ਹਾਂਗੇ। ਸੋ ਰਿਲੇਟਿਵ ਕਲੌਜ਼ਸ ਨੇਗੀਆਂ, ਉਹਦੇ ਵਿੱਚ ਅਸੀਂ ਪਾਰਟੀਸਿਪਲ ਲਗਾਉਣਾ ਹੈਗਾ ਜਾਂ ਟੂ ਇਨਫਿਨਿਟਿਵ ਲਗਾਉਣਾ। ਕੀ ਹੁੰਦਾ ਹੈਗਾ ਪਹਿਲਾਂ ਤਾਂ ਤੁਹਾਨੂੰ ਮੈਂ ਯਾਦ ਕਰਾ ਦਵਾਂ। ਟੂ ਇਨਫਿਨਿਟਿਵ ਦਾ ਮਤਲਬ ਕੀ ਹੁੰਦਾ, ਟੂ ਪਲੱਸ ਵਰਬ ਦੀ ਫਸਟ ਫਾਰਮ। ਓਕੇ। ਪ੍ਰੈਜ਼ੈਂਟ ਪਾਰਟੀਸਿਪਲ ਦਾ ਮਤਲਬ ਹੁੰਦਾ ਹੈਗਾ ਵਰਬ ਦੀ ਫਸਟ ਫਾਰਮ ਦੇ ਨਾਲ ਆਈਐਨਜੀ। ਤੇ ਪਾਸਟ ਪਾਰਟੀਸਿਪਲ ਦਾ ਮਤਲਬ ਕੀ ਹੁੰਦਾ, ਵਰਬ ਦੀ ਥਰਡ ਫਾਰਮ। ਤੇ ਇਹ ਤਿੰਨੋਂ ਟੂ ਇਨਫਿਨਿਟਿਵ, ਪ੍ਰੈਜ਼ੈਂਟ ਪਾਰਟੀਸਿਪਲ ਤੇ
ਪਾਸਟ ਪਾਰਟੀਸਿਪਲ। ਇਹ ਤਿੰਨੋਂ ਪਾਰਟੀਸਿਪਲਸ ਜਾਂ ਇਨਫਿਨਿਟਿਵ ਜਿਹੜੇ ਤਿੰਨੋਂ ਨੇਗੀਆਂ, ਇਹ ਜਿਹੜੀਆਂ ਵਰਬਸ ਦੀਆਂ ਫਾਰਮਸ ਹੁੰਦੀਆਂ ਨੇਗੀਆਂ ਮੇਨ ਨਹੀਂ ਹੁੰਦੀਆਂ, ਇਹ ਮੇਨ ਵਰਬ ਦੀਆਂ ਫਾਰਮਸ ਤੋਂ ਐਕਸਟਰਾ ਦੇ ਵਿੱਚ ਹੁੰਦੀਆਂ ਨੇਗੀਆਂ। ਜਿਵੇਂ ਆਈ ਵਾਂਟ ਟੂ ਪਲੇ, ਤਾਂ ਜਿਹੜਾ ਵਾਂਟ ਹੈ ਮੇਨ ਵਰਬ ਹੈ, ਜਿਹੜੀ ਟੂ ਪਲੇ ਆ ਗਿਆ, ਟੂ ਪਲੇ ਇੱਥੇ ਟੂ ਇਨਫਿਨਿਟਿਵ ਹੈ। ਆਈ ਲਾਈਕ ਪਲੇਇੰਗ ਇਨ ਦਾ ਈਵਨਿੰਗ। ਸੋ ਹੁਣ ਆਈ ਲਾਈਕ ਮੇਨ ਵਰਬ ਦੀ ਫਾਰਮ ਹੈ, ਜਿਹੜਾ ਪਲੇਇੰਗ ਹੈ ਇਹ ਇੱਥੇ ਪਾਰਟੀਸਿਪਲ ਦਾ ਕੰਮ ਕਰ ਰਿਹਾ ਹੈਗਾ ਇੱਥੇ। ਸੋ ਇਹ ਗੱਲ ਗੌਰ ਕਰਨ ਵਾਲੀ ਹੈ। ਹੁਣ ਅਸੀਂ ਰਿਲੇਟਿਵ ਕਲੌਜ਼ਸ ਦੇ ਵਿੱਚ ਕਿਵੇਂ ਅਸੀਂ ਐਕਟਿਵ ਪਾਰਟੀਸਿਪਲ ਜਾਂ ਪੈਸਿਵ ਪਾਰਟੀਸਿਪਲ ਯੂਜ਼ ਕਰਾਂਗੇ, ਉਹ ਆਪਾਂ ਹੁਣ ਗੱਲ ਕਰਦੇ ਆਂਗੇ। ਹੁਣ ਐਕਟਿਵ ਪਾਰਟੀਸਿਪਲ ਜਿਵੇਂ ਤੁਹਾਨੂੰ ਸਕਰੀਨ ਦੇ ਉੱਪਰ ਵਿਖ ਹੀ ਰਿਹਾ ਹੈਗਾ, ਤੁਹਾਨੂੰ ਕੀ ਲਿਖਿਆ ਹੋਇਆ ਐਕਟਿਵ ਪਾਰਟੀਸਿਪਲ। ਐਕਟਿਵ ਪਾਰਟੀਸਿਪਲ ਸਾਨੂੰ ਪ੍ਰੈਜ਼ੈਂਟ ਦੀ ਗੱਲ ਦੱਸਦਾ ਹੈਗਾ, ਪ੍ਰੈਜ਼ੈਂਟ ਦੇ ਵਿੱਚ ਜੋ ਕੁਝ ਹੋ ਰਿਹਾ ਹੈਗਾ। ਜਿਵੇਂ ਸੈਂਟੈਂਸ ਲਿਖਿਆ ਹੋਇਆ, देयर आर डिलेज दिस मॉर्निंग फॉर पीपल ट्रैवलिंग टू वर्क। देयर आर डिलेज दिस मॉर्निंग फॉर पीपल ट्रैवलिंग टू वर्क। ਜਿਹੜੇ ਲੋਕ ਕੰਮ ਕਰਨ ਆ ਰਹੇ ਨੇ, ਟਰੈਵਲ ਕਰ ਰਹੇ ਨੇਗੇ, ਉਹ ਲੇਟ ਹੋ ਰਹੇ ਨੇਗੇ। ਸੋ ਪ੍ਰੈਜ਼ੈਂਟ ਦੇ ਵਿੱਚ ਆਪਾਂ ਰਹਿ ਕੇ ਗੱਲ ਕਰ ਰਹੇ ਹਾਂਗੇ। ਇਹਦੇ ਸਾਹਮਣੇ ਦੇਖੋ ਲਿਖਿਆ ਪੈਸਿਵ ਪਾਰਟੀਸਿਪਲ, ਆਈ ਹੈਵ ਅ ਮੈਸੇਜ ਫॉर ਪੀਪਲ ਡਿਲੇਡ ਬਾय ਦ ਟ੍ਰੈਫਿਕ ਕਿਓਸ। ਮੇਰੇ ਕੋਲ ਮੈਸੇਜ ਜਿਹੜੇ ਕਿ ਟ੍ਰੈਫਿਕ ਕਾਓਸ ਕਰਕੇ, ਹਫੜਾ ਦਫੜੀ ਕਰਕੇ ਲੇਟ ਹੋ ਗਏ ਨੇ। ਸੋ ਇਹ ਲੋਕ ਲੇਟ ਹੋ ਚੁੱਕੇ ਨੇਗੇ ਪੈਸਿਵ ਦੇ ਵਿੱਚ, ਵੀ ਲੇਟ ਹੋ ਚੁੱਕੇ ਨੇ, ਉਹਨਾਂ ਦਾ ਮੈਸੇਜ ਆਇਆ। ਤੇ ਜਿਹੜਾ ਐਕਟਿਵ ਦੇ ਵਿੱਚ ਉਹ ਲੇਟ ਹੋ ਰਹੇ ਨੇਗੇ। ਫਰਕ ਹੈ ਨਾ ਦੋਨਾਂ ਦੇ ਵਿੱਚ। ਇੱਕ ਦੱਸ ਰਿਹਾ ਪ੍ਰੈਜ਼ੈਂਟ ਦੇ ਵਿੱਚ ਵੀ ਹੁਣ ਲੇਟ ਹੋ ਰਹੇ ਨੇਗੇ, ਇੱਕ ਲੇਟ ਹੋ ਚੁੱਕੇ ਨੇਗੇ। ਸੋ ਇਹ ਸੀ ਐਕਟਿਵ ਤੇ ਪੈਸਿਵ। ਹੁਣ ਐਕਟਿਵ ਦੇ ਵਿੱਚ ਕੀ ਹੁੰਦਾ ਹੈਗਾ ਸਾਨੂੰ ਪਤਾ, ਜਿਵੇਂ ਐਕਟਿਵ ਪੈਸਿਵ ਹੁੰਦੇ ਨੇ। ਐਕਟਿਵ ਦੇ ਵਿੱਚ ਐਕਟਿਵ ਫਾਰਮ ਲੱਗਦੀ ਹੈ, ਮਤਲਬ ਸਿੰਪਲ ਵਰਬ ਦੀ ਫਸਟ ਫਾਰਮ ਜਾਂ ਫਸਟ ਫਾਰਮ ਨਾਲ ਐਸ ਔਰ ਈ ਐਸ ਲੱਗਦੀ ਹੁੰਦੀ ਹੈਗੀ। ਇਜ਼ ਐਮ ਆਰ ਦੇ ਨਾਲ ਆਈ ਐਨ ਜੀ ਲੱਗ ਜਾਂਦੀ ਹੈ, ਉਹਦੇ ਵਿੱਚ ਹੈਜ਼ ਹੈਵ ਦੇ ਨਾਲ ਥਰਡ ਫਾਰਮ ਲੱਗਦੇ, ਮਤਲਬ ਜਿਹੜੀ ਐਕਟਿਵ ਫਾਰਮਸ ਹੁੰਦੀਆਂ। ਪਰ ਪੈਸਿਵ ਫਾਰਮਸ ਕਿਹੜੀਆਂ ਹੁੰਦੀਆਂ ਨੇਗੀਆਂ, ਜੇ ਵੌਇਸ ਵਾਲੀਆਂ ਪੈਸਿਵ ਫਾਰਮ, ਮਤਲਬ ਵਰਬ ਦੀ ਥਰਡ ਫਾਰਮ ਦਾ ਲੱਗਣਾ ਲਾਜ਼ਮੀ ਹੈਗਾ। ਓਕੇ, ਇਜ਼ ਐਮ ਆਰ ਦੇ ਨਾਲ ਥਰਡ ਫਾਰਮ ਲੱਗ ਗਈ, ਹੈਜ਼ ਹੈਵ ਦੇ ਨਾਲ ਬੀਨ ਲੱਗ ਗਿਆ, ਫਿਰ ਥਰਡ ਫਾਰਮ ਲੱਗੀ। ਸੋ ਐਕਟਿਵ ਪੈਸਿਵ ਵਾਲੇ ਰੂਲ ਨੇਗੇ। ਹਾਂਜੀ, ਮੈਂ ਉਹਦੇ ਉੱਪਰ ਵੀ ਵੀਡੀਓ ਹੁਣ ਸੋਚ ਰਿਹਾ ਹਾਂ ਕਿ ਐਕਟਿਵ ਪੈਸਿਵ ਵਾਲੇ ਵੀ ਲੋੜ ਹੈਗੀ। ਹਾਂਜੀ, ਉਹਦੇ ਵਿੱਚ ਵੀ ਉਹਦੇ ਬਾਰੇ ਮੈਂ ਇੱਕ ਵੀਡੀਓ ਬਣਾਉਂਗਾ ਤੁਹਾਡੇ ਲਈ, ਤੁਹਾਡੇ ਨਾਲ ਸ਼ੇਅਰ ਕਰੂੰਗਾ ਤੁਹਾਡੇ ਨਾਲ। ਸੋ ਆਪਾਂ ਫਿਲਹਾਲ ਦੀ ਕਿਹੜੀ ਇਹਦੀ ਗੱਲ ਕਰੀਏ। ਹੁਣ ਕੀ ਲਿਖਿਆ ਹੋਇਆ ਹੈਗਾ, ਵੀ ਯੂਜ਼ ਪਾਰਟੀਸਿਪਲ ਮੀਨ ਦ ਐਕਟਿਵ ਪਾਰਟੀਸਿਪਲ ਮੀਨਸ ਦ ਸੇਮ ਐਜ਼ a pronoun plus a continuous verb, for example is or was carrying, or a pronoun plus a simple verb, for example which leads। ਸੋ ਦੇ ਐਕਟਿਵ ਦੀ ਗੱਲ ਕਰ ਰਹੇ ਆਪਾਂ। ਐਕਟਿਵ ਦੀ ਗੱਲ ਕੀ ਹੈ, ਜਿਹੜੇ ਐਕਟਿਵ 'ਚ ਸਾਰੇ ਰੂਲ ਹੁੰਦੇ ਨੇ। ਹੁਣ ਮੈਂ ਤੁਹਾਨੂੰ ਸ਼ਾਰਟ ਦੇ ਵੀ ਦੱਸ ਦਵਾਂ, ਜਿਵੇਂ ਵਰਬ ਦੀ ਫਸਟ ਫਾਰਮ ਨਾਲ ਐਸ ਔਰ ਈ ਐਸ, ਇਜ਼ ਐਮ ਆਰ ਵਰਬ ਦੀ ਫਸਟ ਫਾਰਮ ਨਾਲ ਆਈ ਐਨ ਜੀ, ਹੈਜ਼ ਹੈਵ ਵਰਬ ਦੀ ਥਰਡ ਫਾਰਮ ਨਾਲ ਲੱਗ ਗਈ, ਉਹਦੀ ਵਿਲ ਸ਼ੈਲ ਵਰਬ ਦੀ ਫਸਟ ਫਾਰਮ ਲੱਗ ਗਈ। ਜਾਂ ਫਿਰ ਪਾਸ ਦੀ ਗੱਲ ਕਰੀਏ ਆਪਾਂ, ਜਿਵੇਂ ਵਰਬ ਦੀ ਸੈਕੰਡ ਫਾਰਮ ਸਿੰਪਲ, ਉਸ ਤੋਂ ਬਾਅਦ ਵਾਜ਼ ਵਰਬ ਦੇ ਨਾਲ ਵਰਬ ਦੀ ਫਸਟ ਫਾਰਮ ਆਈ ਐਨ ਜੀ ਹੋ ਗਈ, ਹੈਜ਼ ਹੈਵ ਦੇ ਹੈਡ ਦੇ ਨਾਲ ਵਰਬ ਦੀ ਥਰਡ ਫਾਰਮ ਲੱਗ ਗਈ। ਸੋ ਇਹ ਨੇ ਐਕਟਿਵ ਫਾਰਮਸ। ਪਰ ਜਦੋਂ ਆਪਾਂ ਪੈਸਿਵ ਬਣਾਉਣੇ ਹੁੰਦੇ ਹੈਗੇ, ਵੌਇਸ ਵਿੱਚ ਬਣਾਉਣੇ ਹੁੰਦੇ ਹੈਗੇ, ਉਹ ਸਾਡੀ ਪੈਸਿਵ ਫਾਰਮ। ਪੈਸਿਵ ਫਾਰਮ ਦਾ ਮਤਲਬ ਕੀ ਹੋ ਗਿਆ, ਜਿਵੇਂ ਤੁਹਾਡੇ ਕੋਲ ਇੱਧਰ ਰਾਈਟ ਸਾਈਡ ਦਿੱਤਾ ਹੋਇਆ, ਦ ਪੈਸਿਵ participle means the same as a pronoun plus passive verb, for example which is or was sold। so is mr ਦੇ ਨਾਲ is ਜਾਂ was ਦੇ ਨਾਲ ਥਰਡ ਫਾਰਮ ਲੱਗੀ। ਸੋ ਉਹਨੂੰ ਮੈਂ ਸ਼ਾਰਟ 'ਚ ਫਿਰ ਦੱਸਾਂ, ਪੈਸਿਵ ਦੇ ਵਿੱਚ ਕੀ ਕੀ ਹੁੰਦਾ, is mr ਦੇ ਨਾਲ ਥਰਡ ਫਾਰਮ ਲੱਗਦੀ ਹੁੰਦੀ ਹੈ, was were ਦੇ ਨਾਲ ਥਰਡ ਫਾਰਮ ਲੱਗਦੀ ਹੁੰਦੀ ਆ, will shall ਦੇ ਨਾਲ be ਲੱਗਦਾ ਹੁੰਦਾ, ਫਿਰ verb ਦੀ ਥਰਡ ਫਾਰਮ ਲੱਗਦੀ ਹੁੰਦੀ ਹੈਗੀ। ਓਕੇ, ਜਿਵੇਂ ਹੁਣ has have ਲਾਉਣਾ ਪਿਆ ਜੇ, has have ਦੇ ਨਾਲ been, ਫਿਰ verb ਦੀ ਥਰਡ ਫਾਰਮ ਲੱਗੂਗੀ। ਉਵੇਂ ਹੀ ਜੇ ਹੈਡ ਦੀ ਗੱਲ ਕਰੀਏ, ਹੈਡ ਦੇ ਨਾਲ ਬੀਨ ਲੱਗੂ, ਫਿਰ ਵਰਬ ਦੀ ਥਰਡ ਫਾਰਮ ਲੱਗੂਗੀ। ਸੋ ਇਹ ਪੈਸਿਵ ਦੇ ਰੂਲਸ ਸੀਗੇ ਇਹ। ਓਕੇ, ਹੁਣ ਇੱਥੇ ਇੱਕ ਬੜੀ ਇੰਪੋਰਟੈਂਟ ਗੱਲ ਲਿਖੀ ਹੋਈ ਹੈ, ਜਿਹੜੀ ਮੈਂ ਹੁਣ ਸਰਕਲ ਕਰ ਰਿਹਾ ਹੈਗਾ, ਵੀ ਡੂ ਨਾਟ ਯੂਜ਼ ਦ ਐਕਟਿਵ ਪਾਰਟੀਸਿਪਲ ਫॉर ਅ ਸਿੰਗਲ ਐਕਸ਼ਨ ਇਨ ਦਾ ਪਾਸਟ। ਪਾਸਟ ਵਿੱਚ ਜਦੋਂ ਇੱਕ ਐਕਸ਼ਨ ਹੀ ਹੋਇਆ ਹੋਵੇ, ਉਦੋਂ ਅਸੀਂ ਐਕਟਿਵ ਪਾਰਟੀਸਿਪਲ ਯੂਜ਼ ਨਹੀਂ ਕਰਦੇਗੇ। ਜਿਵੇਂ ਦ ਪੁਲਿਸ ਵਾਂਟ ਟੂ ਇੰਟਰਵਿਊ ਪੀਪਲ who saw the accident। the police want to interview people who saw the accident। ਹੁਣ ਪੁਲਿਸ ਇੰਟਰਵਿਊ ਕਰਨਾ ਚਾਹੁੰਦੇ ਹਨ ਲੋਕਾਂ ਨੂੰ ਜਿਨ੍ਹਾਂ ਨੇ ਐਕਸੀਡੈਂਟ ਵੇਖਿਆ ਸੀ। ਇੱਥੇ ਹੁਣ ਐਕਸੀਡੈਂਟ ਵੇਖਣਾ ਇੱਕ ਐਕਸ਼ਨ ਹੈਗਾ ਇੱਥੇ, ਇਸੇ ਕਰਕੇ ਇੱਥੇ ਸਿੰਪਲ ਫਾਰਮ ਲਗਾਈ ਹੈਗੀ। ਇੱਥੇ ਐਕਟਿਵ ਪਾਰਟੀਸਿਪਲ ਲਗਾਇਆ, ਵਰਬ ਦੀ ਫਸਟ ਫਾਰਮ ਨਾਲ ਆਈ ਐਨ ਜੀ ਨਹੀਂ ਲਗਾਇਆ, ਮਤਲਬ ਕਿ ਪੀਪਲ ਸੀਇੰਗ ਦਾ ਐਕਸੀਡੈਂਟ ਨਹੀਂ ਲੱਗਣਾ ਇੱਥੇ। ਅਗੀ ਗੱਲ ਸਮਝ ਦੇ ਵਿੱਚ ਮੈਂ ਤੁਹਾਨੂੰ ਫਿਰ ਵੀ ਇਸ ਤੋਂ ਬਾਅਦ ਹੁਣ ਜਾ ਕੇ ਦੱਸ ਦਾਂਗਾ ਕਿ ਐਕਟਿਵ ਤੇ ਪੈਸਿਵ ਨੂੰ ਪਹਿਚਾਨਣਾ ਕਿਵੇਂ ਹੈਗਾ। ਉਸ ਤੋਂ ਪਹਿਲਾਂ ਆਪਾਂ ਕੁਝ ਰੂਲ ਜਿਹੜੇ ਹੈਗੇ ਨੇ ਹੋਰ ਕਰ ਲਈਏ। ਕੀ ਕਹਿ ਰਹੇ ਨੇ, ਰਿਲੇਟਿਵ ਕਲੌਜ਼ ਵਿਦ ਅ ਟੂ ਇਨਫਿਨਿਟਿਵ।
ਹੁਣ ਟੂ ਇਨਫਿਨਿਟੀ ਦਾ ਮਤਲਬ ਕੀ ਹੁੰਦਾ, ਟੂ ਪਲੱਸ ਵਰਬ ਦੀ ਫਸਟ ਫਾਰਮ, ਜਿਵੇਂ ਨਿਊਜ਼ੀਲੈਂਡ ਵਾਜ਼ ਦ ਫਸਟ ਕੰਟਰੀ ਟੂ ਗਿਵ, ਸੋ ਟੂ ਗਿਵ ਕੀ ਆਏਗਾ, ਟੂ ਇਨਫਿਨਿਟੀ ਇਹ, ਟੂ ਗਿਵ ਵਿਮਨ ਦਾ ਵੋਟ। ਸੋ ਨਿਊਜ਼ੀਲੈਂਡ ਪਹਿਲਾ ਦੇਸ਼ ਸੀਗਾ ਜਿਸਨੇ ਕਿ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ, ਮਤਲਬ ਇਹਨੂੰ ਆਪਾਂ ਇਹ ਵੀ ਲਿਖ ਸਕਦੇ ਹਾਂ, ਦਾ ਫਸਟ ਕੰਟਰੀ ਵਿੱਚ ਗੇਵ ਵਿਮਨ ਦਾ ਵੋਟ। ਸੋ ਇਹ ਨਹੀਂ ਹੈ ਕਿ ਕਿਵੇਂ ਅਸੀਂ ਯੂਜ਼ ਕਰਨਾ ਹੈਗਾ, ਓਕੇ। ਸੋ ਉਹਦੇ ਹੇਠਾਂ ਵੀ ਦੇਖੋ ਕੀ ਲਿਖਿਆ ਹੋਇਆ ਹੈਗਾ, we can use a to infinity with these words first, second, next, last, only, ਸੁਪਰਲੇਟਿਵ ਹੋ ਗਿਆ ਜਿਵੇਂ। ਸੋ ਜਦੋਂ ਸੈਂਟੈਂਸ ਦੇ ਵਿੱਚ ਇਹ ਹੋਣ ਤਾਂ ਇਸ ਤੋਂ ਬਾਅਦ ਅਸੀਂ ਟੂ ਇਨਫਿਨਿਟਿਵ ਲਗਾ ਸਕਦੇ। ਕਾਫੀ ਇੰਪੋਰਟੈਂਟ ਪੁਆਇੰਟ ਹੈਗਾ, ਗੌਰ ਕਰਨ ਵਾਲੀ ਗੱਲ ਹੈਗੀ ਇਹ। ਸੋ ਕੀ ਕਹਿੰਦੇ ਨੇਗੇ, ਜਦੋਂ ਸਾਡੇ ਕੋਲ ਆਹ ਵਰਡ ਲੱਗੇ ਪਏ ਹੋਣ ਸਾਡੇ ਕੋਲੇ, ਕਿਹੜੇ ਵਰਡਸ ਆਹ ਵਾਲੇ ਸੈਂਟੈਂਸ ਦੇ ਵਿੱਚ, ਜਿਵੇਂ ਫਸਟ ਸੈਕਿੰਡ ਹੈ, ਜਿਵੇਂ ਇਟ ਇਜ਼ ਦਾ ਫਸਟ ਟਾਈਮ, ਹੈ ਨਾ, ਇਟ ਇਜ਼ ਦਾ ਸੈਕਿੰਡ ਟਾਈਮ। ਸੋ ਜਦੋਂ ਇਹ ਵਰਡ ਹੋਣ ਫਸਟ, ਸੈਕਿੰਡ, ਨੈਕਸਟ, ਲਾਸਟ ਵਗੈਰਾ ਹੋਣ, ਉਦੋਂ ਅਸੀਂ ਟੂ ਇਨਫਿਨਿਟਿਵ ਲਗਾਉਣੇ ਨੇ। ਇਸ ਤੋਂ ਬਾਅਦ ਹੁਣ ਮੇਰੀ ਗੱਲ ਸੁਣੋ ਗੌਰ ਨਾਲ, ਸਾਨੂੰ ਹੁਣ ਸੈਂਟੈਂਸ ਨੂੰ ਵੇਖ ਕੇ ਕਿਵੇਂ ਪਤਾ ਲੱਗੇਗਾ ਵੀ ਇਹ ਐਕਟਿਵ ਹੈ ਜਾਂ ਪੈਸਿਵ ਹੈ। ਜਿਵੇਂ ਆਪਾਂ ਹੁਣ ਸੈਂਟੈਂਸ ਕਰਦੇ ਅੱਗੇ, ਉਹ ਤੋਂ ਸਾਨੂੰ ਆਈਡੀਆ ਮਿਲ ਜੂਗਾ। ਜਿਵੇਂ ਫਸਟ ਸੈਂਟੈਂਸ ਸੀਗਾ, ਉਹਦੇ ਵਿੱਚ ਕਿਹਾ ਵੀ ਤੁਸੀਂ ਪਾਰਟੀਸਿਪਲ ਲਗਾਉਣਾ ਗਾ ਇਹਦੇ ਵਿੱਚ। ਹੁਣ ਪਾਰਟੀਸਿਪਲ ਕਿਹੜਾ ਲਗਾਉਣਾ, ਇਹਨਾਂ ਲਿਖਿਆ ਪੁੱਟ ਇਨ ਐਕਟਿਵ ਔਰ ਪੈਸਿਵ ਪਾਰਟੀਸਿਪਲ, ਮਤਲਬ ਕਿ ਐਕਟਿਵ ਲਗਾਓ ਜਾਂ ਪੈਸਿਵ ਲਗਾਓ। ਹੁਣ ਸਿੰਪਲ ਜੀ ਗੱਲ ਇੱਥੇ ਇਹੀ ਹੈ, ਇਹ ਕਹਿਣਾ ਚਾਹੁੰਦਾ ਵੀ ਜਾਂ ਤਾਂ ਤੁਸੀਂ ਇੱਥੇ ਹੁਣ ING ਦੀ ਫਾਰਮ ਲਗਾਓ ਜਾਂ ਫਿਰ ਵਰਬ ਦੀ ਫਾਰਮ ਦੇ ਨਾਲ ਥਰਡ ਫਾਰਮ ਲਗਾਓ। ਹੁਣ ਸਾਨੂੰ ਕਿਵੇਂ ਪਤਾ ਲੱਗੇਗਾ, ਦੇਖੋ ਬੇਸਬਾਲ ਇਜ਼ ਅ ਗੇਮ ਡੈਸ਼ ਮੇਨਲੀ ਇਨ ਦਾ US। ਇੱਥੇ ਤਾਂ ਵੈਸੇ ਤਾਂ ਆਊਗਾ, ਇੱਥੇ ਪਲੇਡ ਆਊਗਾ। ਕਿਉਂ ਆਊਗਾ ਮੈਂ ਤੁਹਾਨੂੰ ਦੱਸਦਾ, ਮੈਂ ਪਹਿਲਾਂ ਇੱਥੇ ਆਊਗਾ ਪਲੇਡ, ਇੱਕ ਆਪਾਂ ਕਿਉਂਕਿ ਕੰਪੈਰੀਜ਼ਨ ਕਰਕੇ ਥੋੜਾ ਜ਼ਿਆਦਾ ਸਮਝ ਆਉਂਦਾ ਹੈਗਾ। ਇਸ ਤੋਂ ਬਾਅਦ ਆਪਾਂ ਥਰਡ ਸੈਂਟੈਂਸ ਦੀ ਗੱਲ ਕਰਦੇ ਹਾਂਗੇ, ਅ ਲੇਟ ਕਮਰ ਇਜ਼ ਅ ਪਰਸਨ ਡੈਸ਼ ਲੇਟ। ਲੇਟ ਕਮਰ ਉਹ ਬੰਦਾ ਹੁੰਦਾ ਜਿਹੜਾ ਕਿ ਲੇਟ ਆਉਂਦਾ ਹੈਗਾ, ਪਹੁੰਚਦਾ। ਇੱਥੇ ਆਊਗਾ ਅਰਾਈਵਿੰਗ। ਹੁਣ ਇੱਥੇ ਸਾਨੂੰ ਕਿਆ ਪਤਾ ਲੱਗਿਆ, ਇੱਥੇ ਅਰਾਈਵਿੰਗ ਹੈ ਤੇ ਫਸਟ ਦੇ ਵਿੱਚ ਪਲੇਡ ਆਊਗਾ। ਤੁਹਾਨੂੰ ਦੱਸਦਾ ਸਮਝਾਉਣਾ ਮੈਂ, ਦੇਖੋ ਜੇ ਸੈਂਟੈਂਸ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਸਬਜੈਕਟ ਹੈ ਉਹ ਐਕਸ਼ਨ ਵਰਬ ਦੇ ਲਈ ਯੂਜ਼ ਹੋ ਰਿਹਾ, ਪਹਿਲਾਂ ਵਰਬ ਪਹਿਚਾਨ ਲਓ। ਸੀ ਵਰਬ ਦੀ ਫਾਰਮ ਜਿਹੜੀ ਲਾਉਣੀ ਹੈ, ਜੇ ਤੁਹਾਨੂੰ ਲੱਗਦਾ ਜਿਹੜਾ ਐਕਸ਼ਨ ਕਰਨ ਵਾਲਾ, ਵਰਬ ਦੀ ਫਾਰਮ ਮਤਲਬ ਐਕਸ਼ਨ ਕਰਨ ਵਾਲਾ, ਕੰਮ ਕਰਨ ਵਾਲਾ, ਜੇ ਤੁਹਾਡਾ ਸਬਜੈਕਟ ਸੈਂਟੈਂਸ ਦੇ ਸਟਾਰਟਿੰਗ ਦੇ ਵਿੱਚ ਹੈ ਤਾਂ ਤੁਸੀਂ ਇੱਥੇ ਲਗਾਓਗੇ ਐਕਟਿਵ ਪਾਰਟੀਸਿਪਲ। ਕੀ ਕਿਹਾ ਮੈਂ, ਜੇ ਜਿਹੜਾ ਵਰਬ ਦੀ ਫਾਰਮ ਤੁਸੀਂ ਲਗਾਉਣਾ ਚਾਹੁੰਦੇ ਹੋਗੇ ਉਹ ਲਗਾ ਕੇ ਇੱਕ ਵਾਰੀ ਤੁਸੀਂ ਵੇਖੋ ਕਿ ਵਰਬ ਜਿਹੜਾ ਹੈ ਇੱਥੇ, ਕਿਉਂਕਿ ਵਰਬ ਦਾ ਆਈਡੀਆ ਮਿਲ ਜੂ ਸਾਨੂੰ ਇੱਥੇ ਕਿਹੜੀ ਲੱਗਣੀ ਚਾਹੀਦੀ ਆ, ਉਹ ਤੁਸੀਂ ਵੇਖੋ ਵੀ ਜਿਹੜਾ ਉਹ ਕਰ ਰਿਹਾ ਉਹ ਐਕਸ਼ਨ ਕਰਨ ਵਾਲਾ ਕੀ ਸੈਂਟੈਂਸ ਦੀ ਸਟਾਰਟਿੰਗ ਦੇ ਵਿੱਚ ਹੈਗਾ ਗਾ। ਜੇ ਸੈਂਟੈਂਸ ਦੀ ਸਟਾਰਟਿੰਗ ਦੇ ਵਿੱਚ ਐਜ਼ ਅ ਸਬਜੈਕਟ ਉਹ ਕੰਮ ਕਰ ਰਿਹਾ ਹੈਗਾ, ਫਿਰ ਤਾਂ ਦੇਖੋ ਲੱਗੂਗਾ ਐਕਟਿਵ। ਜੇ ਨਹੀਂ ਹੈਗਾ ਗਾ, ਉਹ ਕੋਈ ਹੋਰ ਵਰਡ ਲੱਗਿਆ ਹੋਇਆ ਹੈਗਾ ਸੈਂਟੈਂਸ ਦੀ ਸਟਾਰਟਿੰਗ ਦੇ ਵਿੱਚ, ਐਕਸ਼ਨ ਕਰਨ ਵਾਲਾ ਨਹੀਂ ਹੈਗਾ ਗਾ, ਫਿਰ ਅਸੀਂ ਉੱਥੇ ਕੀ ਲਗਾਵਾਂਗੇ, ਫਿਰ ਪੈਸਿਵ ਫਾਰਮ ਲੱਗੂਗਾ, ਉਹਦੀ ਥਰਡ ਫਾਰਮ ਲੱਗੂ। ਜਿਵੇਂ ਹੁਣ ਪਹਿਲਾ ਸੈਂਟੈਂਸ ਸੀ, ਬੇਸਬਾਲ ਇਜ਼ ਅ ਗੇਮ ਡੈਸ਼ ਮੇਨਲੀ ਇਨ ਦਾ US। ਬੇਸਬਾਲ ਇੱਕ ਅਜਿਹੀ ਗੇਮ ਹੈ ਜਿਸ ਨੂੰ ਕਿ US ਦੇ ਵਿੱਚ ਖੇਡਿਆ ਜਾਂਦਾ ਹੈ। ਤੇ ਪਲੇਡ ਕਿਉਂ ਆਇਆ, ਹੁਣ ਪਲੇ ਕਰਨ ਵਾਲਾ ਕੌਣ ਆ, ਖੇਡਦਾ ਕੌਣ ਆ, ਬੇਸਬਾਲ ਪਲੇਅਰ। ਹੁਣ ਬੇਸਬਾਲ ਪਲੇਅਰ ਹੈ ਨਹੀਂ ਨਾ ਮੂਰੇ, ਜੇ ਬੇਸਬਾਲ ਪਲੇਅਰਸ ਮੂਰੇ ਹੁੰਦਾ ਫਿਰ ਇੱਥੇ ਪਲੇਇੰਗ ਲੱਗਣਾ ਸੀਗਾ। ਹੁਣ ਬੇਸਬਾਲ ਪਲੇਅਰਸ ਮਤਲਬ ਸਬਜੈਕਟ ਜਿਹੜਾ ਕਿ ਐਕਸ਼ਨ ਕਰਨ ਵਾਲੇ ਨੇਗੇ ਉਹ ਹੈ ਨਹੀਂ, ਇਸੇ ਕਰਕੇ ਅਸੀਂ ਇੱਥੇ ਕੀ ਲਗਾਵਾਂਗੇ, ਪੈਸਿਵ ਪਾਰਟੀਸਿਪਲ ਲਗਾਵਾਂਗੇ। ਹੁਣ ਥਰਡ ਸੈਂਟੈਂਸ ਦੇ ਵਿੱਚ ਐਕਟਿਵ ਕਿਉਂ ਲੱਗਿਆ, ਕਿਉਂ, ਅ ਲੇਟ ਕਮਰ ਇਜ਼ ਅ ਪਰਸਨ ਡੈਸ਼ ਲੇਟ। ਲੇਟ ਕਮਰ ਅਜਿਹਾ ਬੰਦਾ ਹੁੰਦਾ ਜਿਹੜਾ ਕਿ ਲੇਟ ਆਉਂਦਾ ਹੈਗਾ। ਸੋ ਲੇਟ ਆਉਣ ਵਾਲਾ ਅਰਾਈਵ, ਅਰਾਈਵ ਆਉਣ ਵਾਲਾ ਕੌਣ ਹੈਗਾ, ਅਰਾਈਵ ਵਾਲਾ ਐਕਸ਼ਨ ਕਰਨ ਵਾਲਾ ਕੌਣ ਹੈਗਾ, ਲੇਟ ਕਮਰ। ਤਾਂ ਲੇਟ ਕਮਰ ਸਾਡੇ ਕੋਲ ਸਟਾਰਟਿੰਗ 'ਚ ਦਿੱਤਾ ਹੋਇਆ ਹੈਗਾ। ਸੋ ਇਸੇ ਕਰਕੇ ਇੱਥੇ ਐਕਟਿਵ ਪਾਰਟੀਸਿਪਲ ਲੱਗੂ, ਮਤਲਬ ING ਦੀ ਫਾਰਮ ਲੱਗੂ ਅਰਾਈਵ ਦੇ ਨਾਲ। ਆ ਗਈ ਗੱਲ ਸਮਝ ਦੇ ਵਿੱਚ, ਉਮੀਦ ਹੈ ਤੁਹਾਨੂੰ ਸਮਝ ਆ ਗਈ ਹੁਣ। ਸੋ ਇਹ ਐਕਸਰਸਾਈਜ਼ ਹੈ ਜਿਹੜੇ ਮੈਂ ਰੂਲ ਦਿੱਤੇ ਨੇਗੇ, ਇਹਦੇ ਨਾਲ ਰਿਲੇਟਡ ਜਿਹੜੇ ਸੈਂਟੈਂਸਸ ਨੇਗੇ ਟੈਸਟ ਹੈ ਉਹ ਵੀ ਤੁਹਾਨੂੰ ਮੈਂ ਪਾ ਚੁੱਕਿਆ ਹੈਗਾ। ਇਸ ਤੋਂ ਬਾਅਦ ਤੁਸੀਂ ਇਹ ਵੀ ਖੁਦ ਆਪਣੇ ਆਪ ਕਰਕੇ ਵੇਖਣਾ, ਜਿਵੇਂ ਸਕਰੀਨ ਦੇ ਉੱਪਰ ਤੁਹਾਨੂੰ ਵੇਖ ਰਿਹਾ ਸੈਕਿੰਡ ਪਾਰਟ ਹੈ, ਰਾਈਟ ਈਚ ਨਿਊਜ਼ ਆਈਟਮ ਐਜ਼ ਵਨ ਸੈਂਟੈਂਸ, ਚੇਂਜ ਦਾ ਪਾਰਟ ਇਨ ਬ੍ਰੈਕਟ ਇਨਟੂ ਅ ਕਲੌਜ਼ ਵਿਦ ਐਨ ਐਕਟਿਵ ਪਾਰਟੀਸਿਪਲ ਔਰ ਅ ਪੈਸਿਵ ਪਾਰਟੀਸਿਪਲ। ਜਿਵੇਂ ਉੱਪਰ ਤੁਹਾਨੂੰ ਕਰਵਾਇਆ ਉਵੇਂ ਇਹ ਕਰ ਸਕਦੇ ਹੋ। ਇਸ ਤੋਂ ਬਾਅਦ ਕੀ ਹੈ, ਥਰਡ, ਕਮੈਂਟ ਔਨ ਈਚ ਸਿਚੁਏਸ਼ਨ, ਯੂਜ਼ ਅ ਟੂ ਇਨਫਿਨਿਟਿਵ ਸਟਰਕਚਰਸ। ਤੁਸੀਂ ਇਹਦੇ ਵਿੱਚ ਟੂ ਇਨਫਿਨਿਟਿਵ ਸਟਰਕਚਰਸ ਯੂਜ਼ ਕਰਨੀਆਂ ਨੇਗੀਆਂ। ਉਹ ਆਲਰੇਡੀ ਆਪਾਂ ਗੱਲ ਕਰ ਹੀ ਚੁੱਕੇ ਹਾਂ ਵੀ ਟੂ ਇਨਫਿਨਿਟਿਵ ਕਦੋਂ ਕਦੋਂ ਲਗਾਈਆਂ, ਫਰਸਟ, ਸੈਕਿੰਡ ਹੋਵੇ, ਲਾਸਟ ਹੋਵੇ, ਓਨਲੀ ਹੋਵੇ, ਹੈ ਨਾ, ਨੈਕਸਟ ਹੋਵੇ, ਉਦੋਂ ਇਹ ਚੀਜ਼ਾਂ ਯੂਜ਼ ਕਰਦੇ ਨੇ। ਚਲੋ ਹੁਣ ਆਪਾਂ ਇੱਕ ਦੋ ਸੈਂਟੈਂਸ ਕਰਕੇ ਵੇਖੀਏ। ਜਿਵੇਂ
ਫਸਟ ਸੈਂਟੈਂਸ ਹੈ ਅਨਸੋਲਵਡ, ਜਿਹੜਾ ਤੁਹਾਨੂੰ ਵਿਖ ਰਿਹਾ ਹੈਗਾ। ਓਲੀਵੀਆ's daughter swam a length of pool। ਓਲੀਵੀਆ ਦੀ ਜੋ ਧੀ ਹੈ ਪੂਰੇ ਦੇ ਪੂਰੇ ਜਿਹੜਾ ਪੂਲ ਹੈ ਉਹਨੂੰ ਤੈਰਿਆ। no other girl as young as her did that। ਕਿਸੇ ਵੀ ਲੜਕੀ ਨੇ ਜਿਹੜੀ ਉਹਦੇ ਹਾਨ ਦੀ ਹੋਵੇ, ਇੰਨੀ ਛੋਟੀ ਹੋਵੇ, ਕੀਤਾ ਨਹੀਂ ਗਾ ਇਹ। ਸੋ ਆਪਾਂ ਕੀ ਕਹਾਂਗੇ ਕਿ ਜੋ ਓਲੀਵੀਆ ਦੀ ਡਾਟਰ ਹੈ ਉਹ ਕਿੰਨਵੀਂ ਹੈਗੀ, ਉਹ ਪਹਿਲੀ ਹੈਗੀ। ਸੋ ਓਲੀਵੀਆ's daughter was the youngest girl to swim a length of the pool। ਸੋ ਇਹ ਇਸ ਤਰ੍ਹਾਂ ਸੈਂਟੈਂਸ ਕਿਤੇ ਬਾਕੀ ਸੈਂਟੈਂਸ ਵੀ ਕਰਨ ਦੀ ਕੋਸ਼ਿਸ਼ ਕਰਿਓ। ਤੇ ਜਿੰਨੇ ਮੈਂ ਤੁਹਾਨੂੰ ਰੂਲਸ ਕਰਾਏ ਨਹੀਂ ਗਏ, ਇਹਨਾਂ ਸਾਰੇ ਰੂਲਸ ਨੂੰ ਚੈੱਕ ਕਰਨ ਵਾਸਤੇ ਤੁਹਾਨੂੰ ਸਮਝ ਆ ਗਏ ਜਾਂ ਨਹੀਂ ਆ ਗਏ। ਤੁਹਾਨੂੰ ਟਾਈਮ ਦੇ ਉੱਪਰ ਤੁਹਾਨੂੰ ਐਕਸਰਸਾਈਜ਼ ਦਿੱਤੀਆਂ ਜਾ ਰਹੀਆਂ ਤੇ ਇੱਕ ਟੈਸਟ ਵੀ ਦਿੱਤਾ ਗਿਆ ਜਿਹਨੂੰ ਸੋਲਵ ਕਰਨਾ। ਫਿਰ ਵੀ ਜੇ ਤੁਹਾਨੂੰ ਕਿਸੇ ਵੀ ਪੁਆਇੰਟ ਦੇ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਆਉਂਦੀ ਆ, ਤੁਸੀਂ ਕਿਸੇ ਵੀ ਟਾਈਮ ਕਮੈਂਟ ਕਰਕੇ ਕਮੈਂਟ ਬਾਕਸ ਦੇ ਵਿੱਚ ਮੇਰੇ ਤੋਂ ਪੁੱਛ ਸਕਦੇ ਹੋ, ਆਪਾਂ ਡਾਊਟ ਕਲੀਅਰ ਕਰ ਸਕਦੇ ਹੋਗੇ। ਆਲ ਦਾ ਵੈਰੀ ਵੈਰੀ ਬੈਸਟ। ਥੈਂਕ ਯੂ ਸੋ ਮਚ।